वाई मीडिया ग्रुप ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੂਦਰੀ ਸਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਮਨ ਜੀ ਸਾਡਾ ਸਾਥ ਦੇ ਰਹੇ ਨੇ, ਗੁਰਦੀਪ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਵੀ ਅਸੀਂ ਸਵਾਗਤ ਕਰਾਂਗੇ ਔਰ ਨਾਲ ਦੀ ਨਾਲ ਪੰਕਜ ਬੋਗਾ ਜੀ ਔਰ ਪੀਕੇ ਸਬਰਵਾਲ ਸਾਹਿਬ ਦੇ ਨਾਲ ਵੀ ਸਾਡੀ ਗੱਲਬਾਤ ਹੋਏਗੀ। ਲੇਕਿਨ ਇਸ ਤੋਂ ਪਹਿਲਾਂ ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਵੱਲ। ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਬੜੀਆਂ ਖਬਰਾਂ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ। ਬੈਂਕ ਆਫ ਕੈਨੇਡਾ ਨੇ ਆਪਣੇ ਓਵਰਨਾਈਟ ਲੈਂਡਿੰਗ ਰੇਟ ਇੱਕ ਵਾਰ ਫਿਰ 0.25% ਜਿਹੜੇ ਨੇ ਵਧਾ ਦਿੱਤੇ ਨੇ, ਜਿਹਦੇ ਨਾਲ ਕਿ ਬੈਂਕ ਆਫ ਕੈਨੇਡਾ ਦਾ ਜਿਹੜਾ ਓਵਰਨਾਈਟ ਲੈਂਡਿੰਗ ਰੇਟ ਹੈਗਾ ਉਹ 4.75% ਦੇ ਉੱਤੇ ਜਿਹੜਾ ਉਹ ਇਸ ਸਮੇਂ ਪਹੁੰਚ ਗਿਆ ਹੈ। ਅਸੀਂ ਦੱਸ ਦਈਏ ਕਿ ਬੈਂਕ ਆਫ ਕੈਨੇਡਾ ਨੇ ਆਪਣੇ ਓਵਰਨਾਈਟ ਲੈਂਡਿੰਗ ਰੇਟ ਵਧਾਉਣ ਦੇ ਰੀਜ਼ਨਸ ਵੀ ਦੱਸੇ ਨੇ। ਸਭ ਤੋਂ ਪਹਿਲਾਂ ਬੈਂਕ ਆਫ ਕੈਨੇਡਾ ਦਾ ਕਹਿਣਾ ਹੈ ਕਿ ਓਵਰਨਾਈਟ ਲੈਂਡਿੰਗ ਰੇਟ ਜਿਹੜੇ ਬੈਂਕ ਆਫ ਕੈਨੇਡਾ ਨੇ ਵਧਾਏ ਨੇ, ਉਹਦੇ ਵਿੱਚ ਬੈਂਕ ਆਫ ਕੈਨੇਡਾ ਦਾ ਕਹਿਣਾ ਹੈ ਕਿ ਇੱਕ ਜਿਹੜਾ ਮੇਨ ਰੀਜ਼ਨ ਉਹਨਾਂ ਨੇ ਦੱਸਿਆ ਹੈਗਾ ਉਹ ਹੈ ਕਿ ਜਿਹੜੀ ਇਕੋਨਮੀ ਹੈ ਉਹ ਵਧੀਆ ਚੱਲ ਰਹੀ ਹੈ। ਫਸਟ ਕੁਆਟਰ ਦੇ ਵਿੱਚ ਜਿਹੜੇ ਇਕੋਨਮੀ ਦੇ ਨੰਬਰਸ ਆਏ ਨੇ, ਬੈਂਕ ਆਫ ਕੈਨੇਡਾ ਦਾ ਕਹਿਣਾ ਹੈ ਕਿ ਇਕਨੋਮਿਕ ਨੰਬਰਸ ਬਹੁਤ ਵਧੀਆ ਆਏ ਨੇ, ਜਿਹਦੇ ਕਾਰਨ ਕਿ ਬੈਂਕ ਆਫ ਕੈਨੇਡਾ ਨੇ ਆਪਣੇ ਓਵਰਨਾਈਟ ਲੈਂਡਿੰਗ ਰੇਟ ਜਿਹੜੇ ਨੇ ਉਹ ਵਧਾਏ ਨੇ। ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਇਕੋਨਮੀ ਜਿੱਥੇ ਵਧੀਆ ਚੱਲ ਰਹੀ ਹੈ ਲੇਕਿਨ ਮਹਿੰਗਾਈ ਹਜੇ ਵੀ ਠੀਕ ਨਹੀਂ ਹੋ ਰਹੀ। ਮਹਿੰਗਾਈ ਦੀ ਦਰ ਦੇ ਬਾਰੇ ਬੈਂਕ ਆਫ ਕੈਨੇਡਾ ਦਾ ਕਹਿਣਾ ਹੈ ਕਿ 4.4% ਅਪ੍ਰੈਲ ਦੇ ਵਿੱਚ ਆਈ ਸੀਗੀ। ਬੈਂਕ ਆਫ ਕੈਨੇਡਾ ਨੂੰ ਉਮੀਦ ਹੈ ਕਿ ਇਸ ਸਮਰ ਦੇ ਵਿੱਚ 3% ਜਿਹੜੀ ਹੈ, ਬੈਂਕ ਆਫ ਕੈਨੇਡਾ ਦਾ ਕਹਿਣਾ ਹੈ ਕਿ ਜਿਹੜੀ ਮਹਿੰਗਾਈ ਦੀ ਦਰ ਹੈ 3% ਇਨਫਲੇਸ਼ਨ ਰੇਟ ਆ ਜਾਏਗੀ। ਲੇਕਿਨ ਬੈਂਕ ਆਫ ਕੈਨੇਡਾ ਦਾ ਫਿਰ ਵੀ ਇਹੀ ਕਹਿਣਾ ਹੈਗਾ ਹੈ ਕਿ ਉਹਨਾਂ ਦੀ ਹਜੇ ਵੀ ਟਾਰਗੇਟ ਜਿਹੜੀ ਮਹਿੰਗਾਈ ਨੂੰ ਉਹ 2% ਹੋਏਗਾ। ਲਗਾਤਾਰ 3 ਮਹੀਨੇ ਬੈਂਕ ਆਫ ਕੈਨੇਡਾ ਨੇ ਆਪਣੇ ਇੰਟਰਸਟ ਰੇਟਸ ਨਹੀਂ ਵਧਾਏ, ਸੋ ਪੌਜ਼ ਸੀਗਾ 3 ਮਹੀਨਿਆਂ ਤੋਂ, ਲੇਕਿਨ 3 ਮਹੀਨੇ ਤੋਂ ਬਾਅਦ ਦੁਬਾਰਾ ਤੋਂ ਵਧਾ ਦਿੱਤੇ ਨੇ। ਜੁਲਾਈ ਦੇ ਮਹੀਨੇ ਦੇ ਵਿੱਚ ਕਿਆ ਬੈਂਕ ਆਫ ਕੈਨੇਡਾ ਆਪਣੇ ਇੰਟਰਸਟ ਰੇਟਸ ਦੁਬਾਰਾ ਤੋਂ ਵਧਾਏਗਾ? ਇਹਦੇ ਬਾਰੇ ਇਹ ਆ ਰਿਹਾ ਹੈ ਕਿ ਯੈਸ, ਦੁਬਾਰਾ ਤੋਂ ਜਿਹੜਾ ਬੈਂਕ ਆਫ ਕੈਨੇਡਾ ਹੈ ਉਹ ਆਪਣੇ ਇੰਟਰਸਟ ਰੇਟ ਜਿਹੜਾ ਉਹ ਵਧਾ ਸਕਦਾ ਹੈ। ਅਸੀਂ ਦੱਸ ਦਈਏ ਕਿ ਇਹਦੇ ਨਾਲ ਸਾਡੇ ਮੌਰਗੇਜ ਦੇ ਉੱਤੇ ਕੀ ਅਸਰ ਪਏਗਾ, ਹਾਊਸਿੰਗ ਮਾਰਕੀਟ ਤੇ ਕੀ ਅਸਰ ਪਏਗਾ, ਇਕੋਨਮੀ ਦੇ ਬਾਰੇ ਅਸੀਂ ਕੀ ਕਹਿ ਰਹੇ ਹਾਂ, ਕੈਨੇਡੀਅਨ ਡਾਲਰ ਦੇ ਉੱਤੇ ਫੋਰਨ ਅਸਰ ਨਜ਼ਰ ਆ ਗਿਆ। ਸੋ ਇਹਦੇ ਉੱਤੇ ਸਾਰਾ ਹਫਤਾ ਜਿਹੜਾ ਅਸੀਂ ਆਪਣੇ ਡਿਟੇਲ ਐਨਾਲਿਸਿਸ ਜਿਹੜੀ ਉਹ ਤੁਹਾਡੇ ਲਈ ਪੇਸ਼ ਕਰਦੇ ਰਵਾਂਗੇ। ਵੱਡੀ ਖਬਰ, ਬੈਂਕ ਆਫ ਕੈਨੇਡਾ ਨੇ ਆਪਣੇ ਇੰਟਰਸਟ ਰੇਟਸ 4.75% ਦੇ ਉੱਤੇ ਵਧਾ ਦਿੱਤੇ ਨੇ। ਖਬਰਾਂ ਔਰ ਉਸ ਦੇ ਉੱਤੇ ਐਨਾਲਿਸਿਸ ਦਾ ਸਿਲਸਿਲਾ ਜਿਹੜਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਅਸੀਂ ਸਵਾਗਤ ਕਰਨਾ ਚਾਹੁੰਦੇ ਹਾਂ ਆਪਣੇ ਖਾਸ ਮਹਿਮਾਨਾਂ ਦਾ ਔਰ ਪ੍ਰੋਗਰਾਮ ਦੇ ਵਿੱਚ ਅੱਜ ਡਿਟੇਲ ਐਨਾਲਿਸਿਸ ਜਿਹੜਾ ਅਸੀਂ ਰੀਅਲ ਸਟੇਟ ਔਰ ਇਕੋਨਮੀ ਤੋਂ ਸ਼ੁਰੂਆਤ ਕਰਾਂਗੇ। ਅੱਗੇ ਚੱਲ ਕੇ ਕੁਝ ਹੋਰ ਅੰਤਰਰਾਸ਼ਟਰੀ ਸਮਾਚਾਰ ਵੀ ਟੱਚ ਕਰਾਂਗੇ। ਪਾਕਿਸਤਾਨ ਦੇ ਵਿੱਚ ਕੀ ਸੂਰਤ ਹਾਲ ਹੈ, ਇੰਡੀਆ ਦੇ ਬਾਰੇ ਵੀ ਗੱਲਬਾਤ ਕਰਾਂਗੇ। ਪੰਜਾਬ ਦੀ ਵੀ ਲੇਟੈਸਟ ਰਿਪੋਰਟ ਤੁਹਾਡੇ ਨਾਲ ਪੇਸ਼ ਕੀਤੀ ਜਾਏਗੀ। ਸੋ ਸਾਰੀਆਂ ਖਬਰਾਂ ਤੁਹਾਡੇ ਨਾਲ ਟੱਚ ਕਰਾਂਗੇ, ਲੇਕਿਨ ਸ਼ੁਰੂਆਤ ਦੇ ਵਿੱਚ ਅਸੀਂ ਪਹਿਲਾਂ ਜਿਹੜਾ ਕੁਝ ਸਮੇਂ ਅਸੀਂ ਦੇਣਾ ਚਾਹਾਂਗੇ ਕਿ ਸਾਡੀ ਰੀਅਲ ਸਟੇਟ ਇਕੋਨਮੀ ਔਰ ਜੋ ਅੱਜ ਵੱਡੀ ਖਬਰ ਆਈ ਹੈਗੀ ਹੈ ਕਿ ਜਿਹੜੇ ਇੰਟਰਸਟ ਰੇਟ ਦੇ ਵਿੱਚ ਤਬਦੀਲੀ ਆਈ ਹੈ, ਬੜੀ ਤਬਦੀਲੀ ਆਈ ਹੈ, ਉਹਦੇ ਬਾਰੇ ਅਸੀਂ ਪਹਿਲਾਂ ਗੱਲਬਾਤ ਉਸ ਤੋਂ ਸ਼ੁਰੂਆਤ ਕਰਾਂਗੇ। ਇਸੇ ਬਾਰੇ ਗੱਲਬਾਤ ਕਰਨ ਲਈ ਅਸੀਂ ਸਵਾਗਤ ਕਰਦੇ ਹਾਂ ਸਾਡੇ ਸਾਰੇ ਹੀ ਮਹਿਮਾਨਾਂ ਦਾ। ਜੀ, ਰੀਅਲ ਸਟੇਟ ਦਾ ਕੋਈ ਸਵਾਲ ਪੀਕੇ ਸਬਰਾਲ। ਪੀਕੇ ਜੀ, ਅ ਵੈਰੀ ਵਾਰਮ ਵੈਲਕਮ। ਰੇਡੀਓ ਵਾਈ ਔਰ ਚੈਨਲ ਵਾਈ ਦੋਨਾਂ ਦੇ ਉੱਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਵੈਰੀ ਮਚ ਜਗਦੀਸ਼ ਜੀ ਐਂਡ ਗੁੱਡ ਆਫਟਰਨੂਨ ਟੂ ਆਲ ਆਵਰ ਲਿਸਨਰਸ। ਜੀ ਗੁੱਡ ਆਫਟਰਨੂਨ ਜੀ। ਪੰਕਜ ਜੀ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਸਰ। ਥੈਂਕ ਯੂ ਸਰ, ਗੁੱਡ ਆਫਟਰਨੂਨ ਮੇਰੇ ਤਰਫੋਂ ਵੀ ਸਭ ਨੂੰ ਜੀ। ਔਰ ਮੈਂ ਸਵਾਗਤ ਕਰਾਂਗਾ ਗੁਰਦੀਪ ਜੀ ਦਾ ਵੀ, ਅੱਜ ਪ੍ਰੋਗਰਾਮ ਦੇ ਸਾਡਾ ਸਾਥ ਦੇਣਗੇ। ਗੁਰਦੀਪ ਜੀ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ, ਵੈਲਕਮ। ਬਹੁਤ ਸ਼ੁਕਰੀਆ ਜੀ ਮੇਰੇ ਵੱਲੋਂ ਤੁਹਾਨੂੰ ਤੇ ਪੀਕੇ ਜੀ, ਪੰਕਜ ਜੀ ਤੇ ਸਾਰੇ ਲਿਸਨਰ ਨੂੰ ਵੈਰੀ ਗੁੱਡ ਆਫਟਰਨੂਨ। ਗੁੱਡ ਆਫਟਰਨੂਨ ਸਰ, ਗੁੱਡ ਆਫਟਰਨੂਨ। ਔਰ ਅਮਨ ਜੀ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ ਜਸਵੀਰ ਜੀ। ਬਿਲਕੁਲ। ਔਰ ਗੁਰਦੀਪ ਜੀ, ਤੁਹਾਡੇ ਵਿਚਾਰ ਵੀ ਲਵਾਂਗੇ ਅੱਗੇ ਚੱਲ ਕੇ, ਸਾਰੇ ਗੱਲਬਾਤ ਤੁਹਾਡੇ ਨਾਲ ਵੀ ਕਰਾਂਗੇ ਔਰ ਬਾਕੀ ਸਾਰਿਆਂ ਨੂੰ ਵੀ ਗੱਲਬਾਤ ਜਾਰੀ ਰਹੇਗੀ। ਕੁਝ ਕਾਲਰਸ ਵੀ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦੇ ਵਿਚਾਰ ਵੀ ਅਸੀਂ ਲੈ ਲਈਏ। ਜੀ, ਨੈਕਸਟ ਕਾਲ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹਾਂਜੀ, ਹਰਜਿੰਦਰ ਮਾਨ ਸਾਹਿਬ ਬੋਲ ਰਹੇ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਮਾਨ ਸਾਹਿਬ, ਵੈਲਕਮ। ਤੁਸੀਂ ਆਉਂਦੇ ਹੋ ਜੀ, ਸਵਾਗਤ ਹੈ। ਹਾਂਜੀ ਸਤਿ ਸ਼੍ਰੀ ਅਕਾਲ। ਪੇਪਾਨੀ ਸਾਨੂੰ ਮੋਗਾ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ। ਤੇ ਮੇਰਾ ਸਵਾਲ ਹੈ ਪੀਕੇ ਜੀ ਨੂੰ ਜੀ। ਜੀ ਸਰ ਸਾਹਿਬ, ਸਾਡਾ ਸਵਾਲ ਇਹ ਹੈ ਕਿ ਜਿਵੇਂ ਹੁਣ ਇੰਟਰਸਟ ਰੇਟ ਵੱਧ ਗਏ ਤੇ ਲੋਕ ਜਿਹੜੇ ਰੈਂਟਲ ਪ੍ਰੋਪਰਟੀਆਂ ਦੇ ਇੰਟਰਸਟ ਉਹਦੇ ਰੇਟ ਵਧਾਈ ਜਾਂਦੇ ਆ, ਰਾਈਟ, ਤੇ ਰੈਂਟ ਆਊਟ ਕਰ ਲਈ, ਤੇ ਜੇ ਇੰਟਰਸਟ ਰੇਟ ਘਟਦੇ ਕੀ ਜਿਹੜਾ ਉਹ ਹਾਈ ਬਣੀ ਆ ਉਹਨਾਂ ਦੀ ਇੰਟਰਸਟ ਰੇਟ ਦੀ ਰੈਂਟਲ ਪ੍ਰੋਪਰਟੀ ਜ਼ਿਆਦਾ ਵਧਾ ਰਹੇ ਆ ਰੈਂਟ ਆਊਟ ਕਰ ਲਈ, ਉਹ ਥੱਲੇ ਆਉਣਗੇ? ਸਰ ਇਹ ਤਾਂ ਡਿਮਾਂਡ ਐਂਡ ਸਪਲਾਈ ਹੈ ਨਾ ਸਰ, ਸਿੱਧੀ ਜੀ ਡਿਮਾਂਡ ਐਂਡ ਸਪਲਾਈ ਹੈ। ਹੁਣ ਦੇਖੋ 8 ਵਾਰ ਇੰਟਰਸਟ ਰੇਟ ਵਧਣ ਦੇ ਬਾਵਜੂਦ ਇਹ ਜਿਹੜੀ ਟ੍ਰੈਪ ਦੀ ਰਿਪੋਰਟ ਆਈ ਹੈ 2-3 ਦਿਨ ਪਹਿਲੇ, ਉਹ ਕਹਿ ਰਹੇ ਨੇ ਕਿ ਜੀਟੀ ਦੀ ਸੇਲ ਫਸਟ ਟਾਈਮ ਸਿੰਸ 2021 2 ਸਾਲਾਂ ਦੇ ਅੰਦਰ ਇਨਕਰੀਜ਼ ਹੋ ਗਈ। ट्रैप की रिपोर्ट आई है 2012 घर विके ने एंड मंथ ओवर मंथ इंक्रीज 19.7% एंड ईयर ओवर ईयर 24.7%। ग्रोथ 8 वार ਵਧਣ ਦੇ ਬਾਅਦ ਵੀ ਆਈ ਹੈ ਤੇ 9ਵੀਂ ਵਾਰ ਵਧ ਗਿਆ ਤੇ ਕਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਰੁਕ ਜਾਏਗੀ? ਮੈਨੂੰ ਤਾਂ ਨਹੀਂ ਲੱਗਦਾ ਰੁਕ ਜਾਏਗੀ ਸਰ। ਮਤਲਬ ਕਿ ਅਸੀਂ 2022 ਦੇ ਲੈਵਲ ਤੇ ਦੁਬਾਰਾ ਪਹੁੰਚ ਗਏ ਪਿੱਛੇ। ਜੇ ਹੁਣ ਮਤਲਬ ਪ੍ਰਾਪਰਟੀ ਇੰਟਰਸਟ ਡਾਊਨ ਹੁੰਦੇ ਆ ਫੋਰ ਇੰਸਟੈਂਸ ਫਿਊਚਰ ਦੇ ਵਿੱਚ, ਤੇ ਫਿਰ ਕੀ ਡਾਊਨ ਜਿਵੇਂ ਹੁਣ ਗਰੋਸਰੀ ਸਟੋਰਾਂ ਨੇ ਇੱਕ ਨੈਰੇਟਿਵ ਸੈੱਟ ਕਰਤਾ
ਹੁੰਦਾ ਵੀ ਇੰਨੀ ਪ੍ਰਾਈਸ ਹੈ, ਇਦੋਂ ਅਸੀਂ ਘਟਾਉਣੀ ਨਹੀਂ, ਜੋ ਮਰਜ਼ੀ ਹੋਏ ਮਾਰਕੀਟ 'ਚ। ਤੇ ਸਾਰਿਆਂ ਨੇ ਜਿਵੇਂ ਸੈੱਟ ਕਰ ਲਿਆ ਆਪਦੇ ਕਾਰ ਵਾਲਿਆਂ ਨੇ, ਸਾਰਿਆਂ ਨੇ ਠੀਕ ਘਰਾਂ ਦੇ ਵਿੱਚ ਵੀ ਕੋਈ ਕਿੱਦਾਂ ਸੈੱਟ ਹੋ ਗਿਆ ਜਿਵੇਂ 40%। ਮੈਂ ਤੁਸੀਂ ਦੱਸੋ ਇਹ ਗੱਲ ਗੁਰਦੀਪ ਜੀ, ਮੈਨੂੰ ਗੱਲ ਦੱਸੋ, ਬੜੀ ਗੱਲ ਤੁਸੀਂ ਸਹੀ ਗੱਲ ਕੀਤੀ ਹੈ। ਤੁਸੀਂ ਆਪਣੇ ਘਰ ਦਾ ਪ੍ਰਾਈਸ ਫਿਕਸ ਕਰਕੇ ਤੁਸੀਂ ਵੇਚ ਸਕੋਗੇ ਉਸ ਪ੍ਰਾਈਸ ਦੇ ਉੱਤੇ? ਮੈਂ ਕਹਿੰਦਾ ਜੀ ਮੇਰਾ ਘਰ ਮੈਂ ਲੈਂਦਾ, ਮੈਂ ਫਿਕਸ ਕਰ ਲਿਆ ਸਾਰਿਆਂ ਨੇ ਮਿਲ ਕੇ। ਪਹਿਲੀ ਤਾਂ ਸਾਰੇ ਘਰ ਹੀ ਅਲੱਗ ਅਲੱਗ ਨੇ, ਗੋਭੀ ਇੱਕੋ ਜਿਹੀ ਹੈ, ਭਿੰਡੀ ਇੱਕੋ ਜਿਹੀ ਹੈ, ਸਾਰੀ ਸਬਜ਼ੀਆਂ ਇੱਕੋ ਜਿਹੀ ਨੇ, ਪਰ ਘਰ ਸਾਰੇ ਅਲੱਗ ਅਲੱਗ ਨੇ। ਮੈਂ ਆਪਣਾ ਘਰ ਫਿਕਸ ਕਰ ਸਕਣਾ। ਮੈਂ ਕਹਿੰਦਾ ਜੀ ਮੇਰਾ ਘਰ 1 ਮਿਲੀਅਨ ਦਾ ਮੈਂ ਵੇਚਾਂਗਾ ਜੀ, ਫਿਕਸ ਕਰਤਾ। ਮੈਨੂੰ ਕੋਈ ਆ ਕੇ ਕਹਿੰਦਾ 1.1 ਮਿਲੀਅਨ, ਤੇ ਮੈਂ ਕਹਿੰਦਾ ਨਹੀਂ ਵਾਪਸ ਚਲਾ ਜਾ, ਮੈਂ ਤਾਂ ਮਿਲੀਅਨ ਦਾ ਹੀ ਵੇਚਾਂਗਾ, 1 ਲੱਖ ਮੈਂ ਨਹੀਂ ਲੈਂਦਾ। ਇਹ ਹੋ ਸਕਦਾ ਸਰ? ਸਵਾਲ ਹੀ ਨਹੀਂ ਉੱਠਦਾ। ਇਟ ਇਜ਼ ਸਿੰਪਲ ਅਕਾਊਂਟਿੰਗ ਪਾਲਿਸੀ ਹੈਗੀ, ਦਾ ਰੂਲ ਹੈਗਾ, ਥੰਬ ਰੂਲ ਹੈਗਾ, ਡਿਮਾਂਡ ਐਂਡ ਸਪਲਾਈ। ਯਾਨੀ ਕਿ 8 ਵਾਰ ਇੰਟਰਸਟ ਰੇਟ ਵਧਣ ਦੇ ਬਾਵਜੂਦ ਵੀ ਅਸੀਂ ਰਿਕਾਰਡ ਤੋੜ ਕੇ ਹੁਣੇ ਆ ਗਿਆ ਮਈ ਦੇ ਮਹੀਨੇ 'ਚ, ਰਿਕਾਰਡ ਤੋੜਤਾ 2021 ਦੇ ਬਾਅਦ, ਸੇਲ ਜੰਪ ਦਾ ਔਰ ਪ੍ਰਾਈਸ ਵੀ ਵਧ ਗਿਆ। ਤੇ 8 ਵਾਰ ਵਧਣ ਦੇ ਬਾਅਦ ਇਹਦਾ ਮਤਲਬ ਕੀ ਹੋਇਆ ਕਿ ਡਿਮਾਂਡ ਅਜੇ ਵੀ ਸਪਲਾਈ ਤੋਂ ਜ਼ਿਆਦਾ ਹੈ। ਇਮੀਗ੍ਰੇਸ਼ਨ, ਜॉब मार्केट, ये वो सारा कुछ, ਤੇ ਸਪਲਾਈ ਹੈ ਹੀ ਨਹੀਂ ਮਾਰਕੀਟ ਦੇ ਅੰਦਰ। ਤੇ ਅਗਰ ਸਪਲਾਈ ਮਾਰਕੀਟ ਨਹੀਂ ਹੋਏਗੀ, ਜੋ ਮਰਜ਼ੀ ਇੰਟਰਸਟਡ ਹੋ ਜਾਏ, ਇਨਵੈਸਟਰ ਆ ਜਾਏਗਾ। ਇਨਵੈਸਟਰ ਕਿਉਂ ਆਏਗਾ? ਕਿਉਂਕਿ ਉੱਥੇ ਉਹਨਾਂ ਨੂੰ ਰੈਂਟ ਤੇ ਦੇਣ ਵਾਸਤੇ ਡਿਮਾਂਡ ਖੜੀ ਪਈ ਹੈ। ਇੱਥੇ ਰੈਂਟ ਵਾਸਤੇ ਅਸੀਂ ਇੱਕ ਐਡ ਦਿੰਦੇ ਆ, 10 ਐਪਲੀਕੇਸ਼ਨ ਆ ਜਾਂਦੀਆਂ ਨੇ। ਫਿਰ ਕੀ ਕਰਦੇ ਆ, ਰੈਂਟ ਚੜਾਇਆ ਹੁੰਦਾ, ਲਿਖਿਆ ਹੁੰਦਾ 3000, ਚੜਾ ਜਾਂਦੇ ਨੇ 3200 ਦੇ ਉੱਤੇ, ਕਿਉਂਕਿ ਉਹ ਆਪਸ ਹੀ ਟੈਨਰ ਲੜ ਪੜਦੇ ਨੇ ਲੈਣ ਵਾਸਤੇ, ਉਹਨਾਂ ਦੇ ਅੰਦਰ ਮਲਟੀਪਲ ਆਫਰ ਚੱਲ ਪੈਂਦੀ ਹੈ। ਸਰ ਸਿੰਪਲ ਤਰੀਕਾ ਹੈ ਕਿ ਇਹ ਡਿਮਾਂਡ ਐਂਡ ਸਪਲਾਈ, ਅਸੀਂ ਇਹਦੇ ਤੇ ਕੁਝ ਪ੍ਰੈਡਿਕਟ ਨਹੀਂ ਕਰ ਸਕਦੇ। ਇਹ ਦੇਖੋ ਮੇਰੀ ਗੱਲ ਸੁਣੋ, ਸੜਕਾਂ ਤੇ ਆ ਕੇ ਸੁਣਗੇ ਕਿਸ ਤਰ੍ਹਾਂ ਸੁਣਗੇ, ਮੈਨੂੰ ਇਹ ਨਹੀਂ ਸਮਝ ਆ ਰਹੀ ਕੀ ਹੋ ਕੀ ਰਿਹਾ। ਦੇਖੋ ਮੈਂ ਹੁਣ ਗੱਲ ਤਾਂ ਬੜੀ ਲੰਬੀ ਹੈ, ਟਾਈਮ ਸਾਡੇ ਕੋਲ ਘੱਟ ਹੈਗਾ। ਜਿਹੜਾ ਹੁਣ ਓਨਟਾਰੀਓ ਨੇ ਜਿਹੜਾ ਬਿੱਲ ਪਾਸ ਕੀਤਾ ਹੈ, ਇਹਨੂੰ ਕੰਟਰੋਵਰਸ਼ਲ ਕਹਿੰਦੇ ਇਸ ਬਿੱਲ ਨੂੰ, 97, ਜਿਹਦੇ ਅੰਦਰ ਉਹ ਕਹਿ ਰਿਹਾ ਜੀ ਹੋਮ ਬਾਇਰ ਨੂੰ ਔਰ ਟੈਨਰ ਨੂੰ ਪ੍ਰੋਟੈਕਟ ਕਰ ਨਹੀਂ ਕਰ ਪਾ ਰਹੇ। ਹੁਣ ਤੇ ਇਹ ਪ੍ਰੋਬਲਮ ਖੜੀ ਹੋ ਰਹੀ ਹੈ, ਪਿਛਲੇ ਅਸੀਂ 15-20 ਦਿਨਾਂ ਤੋਂ ਦੇਖ ਰਹੇ ਹਾਂ। ਉਹ ਕਹਿੰਦੇ ਜੀ ਮੈਨੂੰ ਮੌਰਗੇਜ ਤੇ ਮਿਲ ਰਹੀ ਹੈ, ਪਰ ਮੈਂ ਕਿਉਂ ਲਵਾਂ, ਮੈਂ ਕਿਸ ਤਰ੍ਹਾਂ ਅਫੋਰਡ ਕਰਾਂਗਾ। ਜਿਸ ਤਰ੍ਹਾਂ ਸਪੋਜ਼ ਮੈਂ ਉਹਨਾਂ ਨੂੰ ਕਹਿਤਾ ਕਿ ਤੁਹਾਡੀ 2 ਲੱਖ ਇਨਕਮ ਹੈ ਜੀ, ਤੁਸੀਂ 50,000 ਇਸ ਪਾਸੇ ਕਰ ਦਿਓ, ਕਿਤੇ ਨਹੀਂ ਜੀ ਮੇਰੇ ਤੋਂ ਜਿਗਰਾ ਹੀ ਨਹੀਂ ਹੈਗਾ 50,000 ਇੱਥੇ ਇਸ ਪਾਸੇ ਕਰਨ ਦਾ। ਮਾਰਗੇਜ ਜਿਹਨੂੰ ਮਿਲ ਰਹੀ ਹੈ ਉਹ ਵੀ ਇਸ ਵਾਰ ਡਰ ਰਹੇ ਨੇ ਕਿ ਮੈਂ ਮਾਰਗੇਜ ਤੇ ਲੈ ਲਾਂਗਾ, ਭਈ ਕਰਜ਼ਾ ਉਤਾਰਾਂਗਾ ਕਿਸ ਤਰ੍ਹਾਂ ਮੈਂ। ਇਹ ਤੁਸੀਂ ਜਿਹੜਾ ਪੁਆਇੰਟ ਜੋ ਕਹਿੰਦਾ ਜੀ 9 ਲੱਖ ਦਾ ਕਰਜ਼ਾ ਕਿਸ ਤਰ੍ਹਾਂ ਉਤਾਰਾਂਗੇ, ਬਹੁਤ ਵੈਲਿਡ ਪੁਆਇੰਟ ਹੈ ਤੁਹਾਡਾ, ਬਹੁਤ ਸੋਲਿਡ ਪੁਆਇੰਟ ਹੈ। ਇਹਦੇ ਉੱਤੇ ਅਗਰ ਹਰ ਇਨਸਾਨ ਸੋਚਣਾ ਸ਼ੁਰੂ ਕਰ ਦੇ ਤੇ ਡਿਮਾਂਡ ਘਟ ਜਾਏਗੀ। ਡਿਮਾਂਡ ਘਟ ਜਾਏਗੀ ਤੇ ਪ੍ਰਾਈਸ ਆਪਣੇ ਆਪ ਥੱਲੇ ਆਏ। ਇੰਟਰਸਟ ਨਹੀਂ ਕੋਈ ਡਿਮਾਂਡ ਘਟਾਉਣ ਵਾਲਾ। ਔਰ ਸਰਕਾਰ ਨੂੰ ਵੀ ਪਤਾ, ਉਹਨਾਂ ਦਾ ਟਾਰਗੇਟ ਇਹ ਨਹੀਂ ਹੈਗਾ ਕਿ ਮਕਾਨਾਂ ਦੀ ਕੀਮਤ ਘਟਾਓ, ਉਹਨਾਂ ਦਾ ਟਾਰਗੇਟ ਇਹ ਹੈਗਾ ਕਿ ਮਕਾਨ ਦੀ ਕੀਮਤ ਨਾ ਵਧਾਓ। ਪੁਆਇੰਟ ਇਹ ਹੈਗਾ ਇਸ ਵਕਤ, ਮਕਾਨ ਦੀ ਕੀਮਤ ਅਗਰ ਨਹੀਂ ਵਧਦੀ ਉਹ ਵੀ ਗਿਰਨ ਦੇ ਬਰਾਬਰ ਹੈ। ਦੈਟ ਵਿਲ ਜਸਟੀਫਾਈ ਐਵਰੀਬਡੀ, ਦੈਟ ਵਿਲ ਜਸਟੀਫਾਈ ਦ ਬਾਇਰ, ਦ ਸੈਲਰ, ਦ ਲੈਂਡਰ, ਦ ਸਰਕਾਰ ਐਂਡ ਦ ਰੀਅਲਟਰਸ। ਇਹ ਉਹਨਾਂ ਦਾ ਟਾਰਗੇਟ ਹੈ। ਇਹ ਕਦੇ ਟਾਰਗੇਟ ਉਹਨਾਂ ਦਾ ਨਹੀਂ ਹੈਗਾ ਕਿ ਮਕਾਨਾਂ ਦੀ ਕੀਮਤ ਗਿਰਾਈ ਜਾਏ। ਔਰ ਇਹ ਜਿਹੜਾ ਅਗਰ ਹਰ ਆਦਮੀ ਤੁਹਾਡੇ ਕੋਲ ਇਸ ਤਰ੍ਹਾਂ ਸੋਚ ਲੈ ਤੇ ਨੈਚੁਰਲੀ ਮਕਾਨਾਂ ਦੀ ਕੀਮਤ ਰੁਕ ਜਾਏਗੀ ਵਧਣ ਤੋਂ, ਔਰ ਉਹਦਾ ਰੈਂਟ ਵੀ ਰੁਕ ਜਾਏਗਾ। ਫਿਰ ਜਦ ਰੈਂਟ ਵੀ ਰੁਕ ਜਾਏਗਾ, ਇਨਫਲੇਸ਼ਨ ਦੇ ਸਾਹਮਣੇ ਅਗਰ ਜੋ ਚੀਜ਼ ਚਲਦੀ ਹੈ ਦੈਟ ਇਜ਼ ਜਸਟੀਫਾਈਏਬਲ ਫॉर एवरीबॉडी। ਸਰ ਮੈਂ ਇੱਕ ਛੋਟਾ ਆਪਣਾ ਐਗਜ਼ਾਮਪਲ ਦੇ ਦਿੰਦਾ ਨਾ, ਮੈਂ ਤੁਹਾਨੂੰ ਪਤਾ ਹੈ ਕਿ ਮੈਂ ਜਦ ਮੈਨੂੰ ਮਿਲਦੇ ਨੇ ਮੈਂ ਕਹਿੰਦਾ ਜੀ ਮੈਂ ਆਪਣਾ ਅਪਾਰਟਮੈਂਟ ਜਿਹੜਾ ਹੁੰਦਾ ਹੈ ਬ੍ਰਾਂਡ ਜਿਹੜਾ ਬੁੱਕ ਕਰਨਾ, ਮੈਂ 5 ਸਾਲ ਤੋਂ ਜ਼ਿਆਦਾ ਨਹੀਂ ਰੱਖਦਾ ਆਪਣੇ ਕੋਲ, ਤੇ ਕਈ ਵਾਰ 7 ਸਾਲ ਤੱਕ 6 ਸਾਲ ਤੱਕ ਚਲਾ ਜਾਂਦਾ, ਕਿਉਂਕਿ ਅਗਰ ਟੈਨੈਂਟ ਨਹੀਂ ਨਿਕਲਦਾ ਮੈਂ ਟੈਨੈਂਟ ਨੂੰ ਕੱਢਣ ਦਾ ਮੇਰੇ ਅੰਦਰ ਜਿਗਰਾ ਨਹੀਂ ਹੁੰਦਾ ਕਿ ਮੈਂ ਉਹਨੂੰ ਕਹਿ ਕੇ ਕਮਾਨ ਜਿੱਤ ਨਿਕਲ ਜਾ ਬਾਹਰ, ਮੈਂ ਵੇਚ ਰਿਹਾ। ਮੈਨੂੰ ਮਤਲਬ ਕਿ ਅੰਦਰੋਂ ਨਹੀਂ ਮੈਂ ਇਮੋਸ਼ਨਲੀ ਥੋੜਾ ਵੀਕ ਹੋ ਜਾਂਦਾ, ਤੇ ਆਟੋਮੈਟਿਕਲੀ ਲੱਕੀਲੀ 4-5-6 ਸਾਲ ਤੋਂ ਜ਼ਿਆਦਾ ਐਵਰੇਜ ਨਹੀਂ ਹੈਗੀ ਟੈਨੈਂਟ ਦੇ ਰਹਿਣ ਦੀ, ਬਲਕਿ 2-2 ਸਾਲ ਦੇ ਅੰਦਰ ਹੀ ਚਲੇ ਜਾਂਦੇ ਨੇ। ਹੁਣੇ ਰੀਸੈਂਟਲੀ ਮੇਰਾ 1 ਬੈਡਰੂਮ ਐਂਡ ਮੀਡੀਆ ਛੋਟਾ ਜਿਹਾ ਮੇਰਾ ਯੂਨਿਟ ਡਾਊਨਟਾਊਨ ਦੇ ਏਰੀਆ 'ਚ ਟੈਨੈਂਟ ਕਿਹਾ ਜਾ ਰਿਹਾ ਸਰ। ਉਹ ਕਿਰਾਇਆ ਕਿਉਂਕਿ ਘੱਟ ਸੀਗਾ, ਕਿਉਂਕਿ ਮੈਂ LTV ਦੇ ਹਿਸਾਬ ਨਾਲ ਹੀ ਬਤਾਉਣਾ ਸੀਗਾ, ਤੇ 2150 ਕਿਰਾਇਆ ਸੀਗਾ। ਤੇ ਜਿਸ ਤਰ੍ਹਾਂ ਗਿਆ ਤੇ ਮੈਂ ਕਿਹਾ ਬੇਟੇ ਨੂੰ ਕਿਹਾ ਇਹਨੂੰ ਵੇਚ ਦਿਓ, ਕਿਉਂਕਿ ਇਹਦੇ ਆਲਰੇਡੀ 5.5-6 ਸਾਲ ਹੋ ਚੁੱਕੇ ਨੇ, ਹੁਣ ਮੈਂ ਨਹੀਂ ਰੱਖਣਾ। ਸਰ ਉਹ ਆਪਣੇ ਆਪ ਹੀ ਜਿਹੜਾ ਟੈਲੈਂਟ ਜਾ ਰਿਹਾ, ਜਿਹਨੇ N9 ਮੈਨੂੰ ਦੇਤਾ, ਉਹ ਖੁਦ ਹੀ ਕਹਿੰਦਾ ਸਰ ਮੇਰੇ पास मेरा ब्रदर है वो 2500 देने को तैयार है, वो मैंने कितों और मैसेज आता है आपका बिक रहा तो आप 2600 देने को तैयार है। मतलब इन्नी डिमांड हुई पी है टैलेंट्स दी। लेकिन अगर इस तरीके नाल अगर मान लो सपोज करो अगर अफोर्डेबिलिटी और इंटरेस्ट रेट ज्यादा देगा इन्वेस्टर तो रेंट अपने आप बढ़ेंगे सर। इससे विशियस सर्कल नोबडी कैन स्टॉप इट। लेकिन अगर आदमी इस तरह सोचना शुरू कर देगा जी इन्नी ज्यादा मॉर्गेज मैं क्यों लवा, ਤੇ ਨੈਚੁਰਲੀ ਆਪਣੇ ਆਪ ਨੂੰ ਹਰ ਚੀਜ਼ ਹੋਲਡ ਕਰਕੇ ਰੱਖ ਦੇਗਾ। ਤੇ ਲੇਕਿਨ ਸਵਾਲ ਹੈਗਾ ਕਿ ਕਈ ਵਾਰ ਕੀ ਕਰਦਾ ਹੈ ਆਦਮੀ ਆਪਣੇ ਨੂੰ ਜਸਟੀਫਾਈ ਕਰ ਲੈਂਦਾ ਹੈ ਆਪਣੇ ਮਨ ਨੂੰ ਮਨਾਉਣ ਵਾਸਤੇ, ਕੋਈ ਬਾਤ ਨਹੀਂ ਮੈਂ ਹੋਰ ਇਹ ਕਰ ਲੂੰਗਾ, ਕੋਈ ਬਾਤ नहीं इंटरेस्ट जल्दी नीचे गिर जाएगा। जब तुझे कोई चीज लेनी होती है ना तुझे हर चीज पॉजिटिव सोचनी शुरू कर देते हो, नेगेटिव सोचते ही नहीं। ऐसे हो जाएगा इंटरेस्ट एक रेट में 1 साल में गिर जाएगा, 1 साल में हमें इतनी दिक्कत आ जाएगी और क्या होगा, हम यहाँ से निकाल लेंगे वहां से निकाल लेंगे, ओवर टाइम कर लेंगे, पार्ट टाइम कर लेंगे जस्ट टू जस्टिफाई। और अगर तुझे जस्टिफाई नहीं करना ना सारी उल्टे करना सोचोगे, तबाह हो जाएंगे, बर्बाद हो जाएंगे, पैसा किधर देंगे, बच्चों को कितना पढ़ाओगे। दिस इज जस्ट योर मेंटल सेटअप, हाउ यू थिंक, हाउ यू टेक इट। जी ठीक है। हाँ जी अगली, हाँ जी ठीक है जी, थैंक यू जी। अगली कॉल जी हामिद जी, तुसी ऑन करो। हामिद जी गो अहेड। हाँ जी पंकज जी, मेरा और आपसे सवाल है कि और दूसरे भाई जो बैठे हैं उनसे कि भाई ये मुझे लगता है गवर्नमेंट हर जगह पे नाकाम नजर आ रही है। हेल्थ केयर में देखें, हाउसिंग प्राइसेस देखें, ठीक है, अगर आप
टेनेंट बोर्ड में चले जाए, टेनेंट बोर्ड में, वहाँ जनाब आपको गलत टेनेंट आपको मिल जाए। 8-8, 10-10 महीने से लोग जलील हो रहे हैं, ठीक है, और बेचारे जो है ऑनर जो है वो मार्गेज अपने पास से दे रहे हैं। मतलब कि हेल्थ केयर में देख लें, आप हॉस्पिटल में चले जाएं, मेडिकल फैसिलिटीज जो है वो आप इमरजेंसी में बैठे, शाम को सुबह भारी आती है। इसी तरह आप ग्रिड लॉक देख लें 401 पे, और देख लें। मतलब कि हम तो गवर्नमेंट चूज करते हैं कि जी हमें कोई, यहाँ तो ये सारा की सारा ही आवा बिगड़ा हुआ है। और दूसरा क्वेश्चन ये है कि ये इंटरेस्ट रेट अगर इसी तरह बढ़ाते रहेंगे तो ये तो रिसेशन, तो फिर क्लियर है कि जी रिसेशन की तरफ हम जा रहे हैं। तो आप इस बारे में क्या कहते हैं? खालिद साहब, देखिए, इंटरेस्ट रेट बढ़ाया जा रहा है बिकॉज हमारी इकोनॉमी बहुत स्ट्रांग चल रही है, बहुत स्ट्रांग चल रही है, इसलिए बढ़ा रहे हैं। इसका मतलब हम इकोनॉमी को स्लो करना चाह रहे हैं। इकोनॉमी को स्लो करने के चक्कर में रिसेशन भी आ सकता है। यस, हमें अभी तक लग नहीं रहा है कि रिसेशन आएगा, लेकिन वी विल बी इन टेक्निकल रिसेशन। टेक्निकल रिसेशन का मतलब है कि जो हमारी जो 2 क्वार्टर है वो जीडीपी माइनस में चली जाए या कॉन्ट्रैक्ट करे, वो एक टेक्निकल आ सकता है। लेकिन इस बार कुछ ऐसा लग रहा है कि जॉब मार्केट जो है अभी भी स्ट्रांग चलने की उम्मीद है। अगर जॉब मार्केट स्ट्रांग चलती रहेगी, यस, हमें अगर वेज ग्रोथ जो हो रही है वो कम हो जाए, जैसे 5% की वेज ग्रोथ आई थी, अगर वो ग्रोथ कम हो जाए, अगर ग्रोथ ना हो वेज में, जैसे ईयरली आपको इंक्रीज मिलता है, या नई हायरिंग जो होती है, पहले आपने लेट्स से कि किसी को हायर किया हुआ था, उसको 5% ज्यादा उसी सैलरी में हायर कर रहे हैं किसी और को, तो वो वेज ग्रोथ मानी जाती है। अगर वेज ग्रोथ ना हो, हम उसी लेवल पे हायर करें या थोड़ा सा नीचे लेवल पे हायर करें, तो हम सिचुएशन हमारी ठीक हो सकती है, क्योंकि उस बंदे के पास अब पैसा नहीं है खर्चने के लिए। बैंक ऑफ कनाडा कर क्या रहा है? बैंक ऑफ कनाडा कर रहा है थोड़ा थोड़ा इंटरेस्ट रेट बढ़ा के आपकी, वो पहले उन्होंने देख लिया, टेस्ट कर लिया, लेकिन के पैसा अभी भी खर्च हो रहा है। हमारी जीडीपी अभी भी 3.1 है, हमारा एक्सपोर्ट बढ़ा हुआ है। एक्सपोर्ट की आज रिपोर्ट आई है, वीवर 1 में बात कर रहा हूँ 1.5 बिलियन सरप्लस में है। तो हमारी मतलब प्रोडक्शन चल रही है, सारा कुछ चल रहा है। तो ये सारी चीजों को कम करने के लिए वो आपके हाथ से पैसा खींच रहा है। उसको दिख रहा है कि आप मॉर्गेज भर पा रहे हो, उसको दिख रहा है कि आप रेंट दे पा रहे हो, लेकिन वो रेंट देके, मॉर्गेज देके आपके पास बाकी चीजों के लिए पैसा ना बचे, वो ये करने की कोशिश कर रहा है। आप रेस्टोरेंट जाना बंद कर दें, आप फ्लाई करना बंद कर दें, आप सामान खरीदना बंद कर दें, आप कारें खरीदना बंद कर दें। तो वो उस तरह से करना चाह रहा है। तो इसके लिए ये चीजें चल रही हैं, और टेक्निकल रिसेशन में जाने के पूरे चांसेस हैं। जो वैसे जो रिसेशन आता है कि बहुत ज्यादा अनएम्प्लॉयमेंट हो जाए, खाने पीने के लिए दिक्कत हो जाए, इंसॉल्वेंसी तो चलेगी, वो तो आएगी, लेकिन वो कुछ परसेंटेज आएगी। तो वो रिसेशन आने के चांसेस कम है, जैसे कि 2008 में हमने देखा था, बुरी हालत हो गई थी दुनिया में। तो हम फिर भी बहुत ही छोटे से रिसेशन में गए थे, 7-8 महीने। सो टेक्निकल हम ज्यादा मान रहे हैं, दूसरे वाला कम मान रहे हैं, लेकिन ये मान के चलिए सर कि रिसेशन तो आएगा, लेकिन टेक्निकल आएगा। जी, नेक्स्ट कॉल जी, गुरशरण जी, ਤੁਸੀਂ ਆਉਂਦੇ ਹੋ। ਗੁਰਸ਼ਰਨ ਜੀ, ਵੀਰੇ ਸਤਿ ਸ਼੍ਰੀ ਅਕਾਲ ਸਾਰਿਆਂ ਜਣਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਠੀਕ ਹੈ, ਤਾਂ ਆਪਣੇ ਮੁੰਡਾ ਸਾਹਿਬ, ਮੈਨੂੰ ਤੁਹਾਨੂੰ ਦੋਵਾਂ ਨੂੰ ਕੁਐਸਚਨ ਸੀਗਾ ਵੀ ਆਪਣੇ USA ਦਾ ਅਨਪਲਾਇਮੈਂਟ ਰੇਟ, ਤਾਂ ਦੂਸਰਾ ਜਿਹੜਾ ਜੌਬ ਰੇਟ ਹੈਗੇ ਆ, ਜੇ ਇੱਥੇ ਰਹਿਣ ਤਾਂ ਫਿਰ ਰੇਟ ਕਿੱਥੇ ਤੱਕ ਇਹ ਗੌਰਮੈਂਟ ਵਧਾ ਸਕਦੀ ਹੋਰ, ਜਾਂ ਕਿੱਥੇ ਤੱਕ ਰਹਿਣਾ ਚਾਹੀਦਾ? 5%, 6%? ਉਹ ਅਨਪਲਾਇਮੈਂਟ USA ਦੀ ਵੀ ਬਹੁਤ ਲੋ ਹੈ ਇਸ ਵੇਲੇ, ਤਾਂ ਕੈਨੇਡਾ ਦੀ ਵੀ ਲੋਕਾਂ ਨੂੰ ਬੰਦੇ ਮਿਲ ਨਹੀਂ ਰਹੇ ਕੰਮ ਕਰਨੇ ਵਾਲੇ। ਤਾਂ ਜਿਹੜਾ ਜੌਬ ਰੇਟ ਹੈ, ਜਿੱਦਾਂ ਹੁਣ ਅੱਜ ਤੋਂ 20-30 ਸਾਲ ਪਹਿਲਾਂ ਜਿਸ ਵੇਲੇ ਅਸੀਂ ਆਏ ਸੀਗੇ, ਉਸ ਵੇਲੇ $2.25 ਸੀਗਾ। ਹੁਣ ਮਿਨੀਮਮ ਵੇਜ ਹੈਗੀ 16, 17, $18। ਉਹਦੇ ਹਿਸਾਬ ਦੇ ਨਾਲ ਤੁਸੀਂ ਥੋੜਾ ਜਿਹਾ ਦੱਸੋ ਵੀ ਇਹ ਰੇਟ ਕਿੰਨਾ ਕੁ ਹੋਣਾ ਚਾਹੀਦਾ ਅੱਜ ਦੇ ਰੇਟ ਦੇ ਹਿਸਾਬ ਦੇ ਨਾਲ, ਅਨਪਲਾਇਮੈਂਟ ਰੇਟ ਤਾਂ ਇਹਦੇ ਰੇਟ ਦੇ ਹਿਸਾਬ ਦੇ ਨਾਲ। ਦੇਖੋ, ਪਤਾ ਕੀ ਹੁੰਦਾ ਸਰ, ਹਾਂਜੀ ਪਿੱਛੋਂ ਤੁਸੀਂ ਆਪਣੇ ਉਹ ਬੰਦ ਕਰ ਲਓ ਜੀ। ਕਰਮਵੀਰ ਸ਼ੇਰਗਿੱਲ ਸਾਹਿਬ, ਸ਼ਾਇਦ ਤੁਹਾਡਾ ਫੋਨ ਅਨਮਿਊਟ ਹੈ। ਕਰਮਵੀਰ ਸ਼ੇਰਗਿੱਲ ਜੀ, ਫੋਨ ਮਿਊਟ ਕਰ ਲਓ। ਹਾਂਜੀ, ਗੋ ਹੈਡ ਪੰਕਜ ਜੀ। ਮੈਂ ਜਿਵੇਂ ਪਹਿਲਾਂ ਵੀ ਐਕਸਪਲੇਨ ਕੀਤਾ, ਐਮਪਲੋਇਮੈਂਟ ਸਾਡੀ ਸਟਰੋਂਗ ਰਹਿਣ ਦੀ ਪੂਰੀ ਉਮੀਦ ਹੈਗੀ ਹੈ ਜੀ। ਸੋ ਸਾਡੀ ਜਿਹੜੀ ਅਨਐਮਪਲੋਇਮੈਂਟ ਰੇਟ ਹੈ ਉਹ ਇੱਥੇ ਹੀ ਰਹੇਗਾ, ਔਰ ਜਾਂ ਥੋੜਾ ਬਹੁਤ ਉੱਪਰ ਜਾ ਸਕਦਾ ਹੈ, ਲਾਈਕ 1-2%, 2%। ਬਟ ਬਾਕੀ ਚੀਜ਼ਾਂ ਤੇ ਲਾਈਕ ਜੌਬਸ ਨਹੀਂ ਜਾਣਗੀਆਂ, ਪੈਸਾ ਮਿਲਦਾ ਰਹੇਗਾ, ਲੇਕਿਨ ਤੁਹਾਡੇ ਹੱਥ ਚੋਂ ਪੈਸਾ ਇੰਨਾ ਖਿੱਚ ਲਿੱਤਾ ਜਾਵੇਗਾ। ਇੰਟਰਸਟ ਰੇਟ ਚਾਹੁਣ ਤਾਂ ਜਿੰਨਾ ਮਰਜ਼ੀ ਵਧਾ ਸਕਦੇ ਨੇ ਗੁਰਸ਼ਨ ਜੀ, ਉਹ ਕਿਤੇ ਕੋਈ ਸਟਾਪਿੰਗ ਨਹੀਂ ਹੈਗੀ ਉਹਨਾਂ ਵਾਸਤੇ। ਉਹ ਚਾਹ ਤਾਂ ਇਹਨੂੰ ਚੱਕ ਕੇ, ਵੈਸੇ ਹੀ ਹੁਣ ਦੇਖੋ, ਅਗਰ 7% ਤੇ ਤਾਂ ਪ੍ਰਾਈਮ ਪਹੁੰਚ ਗਿਆ,
ਚਾਹਨ ਕਿ ਤਾਂ ਉਹ 9% ਤੇ ਵੀ ਲਿਜਾ ਸਕਦੇ ਨੇ, 10% ਤੇ ਵੀ ਲਿਜਾ ਸਕਦੇ ਨੇ। ਥੀਸ ਆਰ ਦਾ 80s ਟਾਈਮ, 70 80s ਜਦੋਂ ਉਹ ਸਿਚੁਏਸ਼ਨ ਖੜੀ ਹੋ ਗਈ। ਠੀਕ ਹੈ ਅਸੀਂ 22% 25% ਤੇ ਨਹੀਂ ਜਾਵਾਂਗੇ ਉਸ ਤੋਂ ਪਹਿਲਾਂ ਹੀ, ਕਿਉਂਕਿ ਇੰਨਾ ਉੱਪਰ ਜਾਣ ਦਾ ਕੋਈ ਮਤਲਬ ਹੀ ਨਹੀਂ, ਵੈਸੇ ਹੀ ਰਿਸੈਸ਼ਨ ਆ ਜਾਏਗਾ। ਲੇਕਿਨ ਇਹ ਮੰਨ ਕੇ ਚੱਲੋ ਕਿ ਅਗਰ ਇਹ ਚਾਹਨ ਤਾਂ ਉਹ ਬੈਂਕ ਆਫ ਕੈਨੇਡਾ ਚਾਹੇ ਤਾਂ ਹੋਰ ਵਧਾਦਾ ਚਲਾ ਜਾਏਗਾ। ਹਲੇ ਤਾਂ ਉਮੀਦ ਹੈਗੀ ਹੈ ਸਰ ਵਧਣ ਦੀ, ਅਗਲੇ ਮਹੀਨੇ ਜਾਂ ਉਸ ਤੋਂ ਅਗਲੇ ਮਹੀਨੇ ਵਧਣ ਦੀ ਹੋਰ ਉਮੀਦ ਹੈਗੀ। ਸੋ ਪ੍ਰਾਈਮ ਰੇਟ ਨੂੰ ਉਹ ਚੱਕ ਕੇ ਇਹ ਮੰਨ ਕੇ ਚੱਲੋ ਕਿ 7.5%, 7.25 ਜਾਂ 7.5 ਤੇ ਅਸੀਂ ਪਹੁੰਚ ਜਾਾਂਗੇ ਪ੍ਰਾਈਮ ਇਸ ਸਾਲ ਦੇ ਐਂਡ ਤੱਕ ਜਾਂਦੇ ਜਾਂਦੇ। ਅਗਰ ਉਸ ਤੋਂ ਬਾਅਦ ਵੀ ਇਨਫਲੇਸ਼ਨ ਨਹੀਂ ਰੁਕੀ ਤਾਂ ਉਸ ਤੋਂ ਉੱਪਰ ਵੀ ਜਾ ਸਕਦੇ ਨੇ। ਸੋ ਬੈਂਕ ਆਫ ਕੈਨੇਡਾ ਨੇ ਅੱਜ ਇਹੀ ਇੱਕ ਸਿਗਨਲ ਦਿੱਤਾ ਹੈ, ਤੁਸੀਂ ਸਮਝ ਜਾਓ, ਤੁਸੀਂ ਰੁਕ ਜਾਓ। ਲੇਕਿਨ ਅਨਐਮਪਲੋਇਮੈਂਟ ਹੁਣ ਰੇਟ ਨੂੰ ਉੱਪਰ ਜਾਣਾ ਮੈਨੂੰ ਨਹੀਂ ਲੱਗਦਾ ਪਿਆ, ਕਿਉਂਕਿ ਕੰਪਨੀਆਂ ਕੋਲ ਕੰਮ ਹੈਗਾ, ਚੱਲਦਾ ਪਿਆ ਹੈ, ਬਿਜ਼ਨਸ ਚੱਲਦੇ ਪਏ ਨੇ। ਸੋ ਇੱਕ ਬੜਾ ਹੀ ਡਿਫਰੈਂਟ ਸਿਚੁਏਸ਼ਨ ਹੈ ਜੀ। ਪਹਿਲਾਂ ਦੁਨੀਆ 'ਚ ਇਸ ਤਰ੍ਹਾਂ ਨਹੀਂ ਹੋਇਆ ਕਦੇ ਵੀ ਕਿ ਰਿਸੈਸ਼ਨ ਆਉਂਦਾ ਪਿਆ ਹੋਵੇ, ਇਨਫਲੇਸ਼ਨ ਵਧੀ ਹੋਵੇ, ਇੰਟਰਸਟ ਰੇਟ ਵਧਦਾ ਪਿਆ ਹੋਵੇ ਤੇ ਜੌਬਸ ਨਾ ਜਾਣ। ਇਸ ਵੇਲੇ ਬਹੁਤ 99% ਇਕੋਨਮਿਸਟ ਤੇ ਗੱਲ ਕਰ ਰਹੇ ਨੇ, ਵੈਰੀ ਅਨਯੂਜੂਅਲ ਟਾਈਮ ਕਿ ਜੌਬਸ ਨਹੀਂ ਜਾਣਗੀਆਂ। ਅਬ ਕੀ ਬਾਰ ਅਸੀਂ ਸਿਰਫ ਟੈਕਨੀਕਲ ਰਿਸੈਸ਼ਨ ਦੇਖਾਂਗੇ ਔਰ ਇਨਫਲੇਸ਼ਨ ਥੱਲੇ ਆਏਗੀ ਬਿਕੋਜ਼ ਆਫ ਇੰਟਰਸਟ ਰੇਟ। ਕੋਲੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਜੇ ਤੁਸੀਂ ਘਰ ਦੇ ਵਿੱਚ ਬੈਠੇ ਹੋ ਆਰਾਮ ਦੇ ਨਾਲ ਚੈਨਲ ਵਾਈ ਔਨ ਕਰ ਲਓ। ਤੁਸੀਂ ਹਰ ਇੱਕ IP ਬਾਕਸ ਦੇ ਉੱਤੇ ਅਵੇਲੇਬਲ ਹੈ ਚੈਨਲ ਵਾਈ। ਇਸ ਤੋਂ ਇਲਾਵਾ ਰੋਜਰਸ 857 ਬੈਲ 828। ਜੇ ਤੁਸੀਂ ਕੈਲਗਰੀ ਵੈਂਕੂਵਰ ਉਸ ਏਰੀਆ 'ਚੋਂ ਤੁਹਾਡੇ ਕੋਲ ਘਰ ਦੇ ਵਿੱਚ ਟੈਲਸ ਹੈ ਤੇ ਟੈਲਸ ਦੇ ਉੱਤੇ 2418 ਦੇ ਉੱਤੇ ਵੀ ਤੁਸੀਂ ਚੈਨਲ ਵਾਈ ਆਪਣਾ ਔਨ ਕਰਕੇ ਸਾਰੀ ਗੱਲਬਾਤ ਸੁਣ ਸਕਦੇ ਹੋ। ਡਰਾਈਵ ਕਰ ਰਹੇ ਹੋ ਪਲੀਜ਼ ਡਰਾਈਵ ਸੇਫ, ਆਰਾਮ ਦੇ ਨਾਲ FM 91.9 ਲਗਾ ਲਓ, ਤੁਸੀਂ ਆਰਾਮ ਦੇ ਨਾਲ ਰੇਡੀਓ ਪ੍ਰੋਗਰਾਮ ਸੁਣ ਸਕਦੇ ਹੋ। ਤੁਸੀਂ ਕਿਤੇ ਬਾਰਡਰ ਕ੍ਰਾਸ ਕਰ ਗਏ ਹੋ, ਅਮਰੀਕਾ ਚਲੇ ਗਏ ਹੋ ਜਿੱਥੇ ਕਿ ਤੁਹਾਨੂੰ ਲੱਗ ਰਿਹਾ ਕਿ ਰੇਡੀਓ ਫ੍ਰੀਕੁਐਂਸੀ ਵੀ ਨਹੀਂ ਹੈ ਔਰ ਤੁਸੀਂ ਡਰਾਈਵ ਕਰ ਰਹੇ ਹੋ, ਘਰ ਦੇ ਵਿੱਚ ਵੀ ਨਹੀਂ ਹੈ, ਬੜਾ ਆਸਾਨ ਹੈ। 647-910-5000 ਸੋ 647 910 5000 ਇਹ ਫੋਨ ਨੰਬਰ ਡਾਇਲ ਕਰੋ, ਤੁਸੀਂ ਪ੍ਰੋਗਰਾਮ ਆਰਾਮ ਦੇ ਨਾਲ ਸੁਣ ਸਕੋਗੇ। ਔਰ ਮੈਂ ਦੱਸਵਾਂ ਕਿ ਪੈਨਲ ਦੇ ਉੱਤੇ ਸਾਡੇ ਨਾਲ ਇਸ ਵੇਲੇ ਗੁਰਦੀਪ ਸਿੰਘ ਜੀ ਵੀ ਮੌਜੂਦ ਨੇ। ਗੁਰਦੀਪ ਜੀ ਵੀ ਆਪਣੇ ਵਿਚਾਰ ਰੱਖਣਗੇ, ਉਹਨਾਂ ਦੇ ਵਿਚਾਰ ਵੀ ਲਵਾਂਗੇ। ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦੇ ਰਹੇ ਨੇ ਅਮਨ ਜੀ ਵੀ ਸਾਡੇ ਨਾਲ ਨੇ, ਵਿਰਕ ਸਾਹਿਬ ਵੀ ਸਾਡੇ ਨਾਲ ਨੇ। ਵਿਰਕ ਸਾਹਿਬ ਦੇ ਨਾਲ ਵੀ ਗੱਲਬਾਤ ਕਰਾਂਗੇ। ਵਿਰਕ ਸਾਹਿਬ ਸਤਿ ਸ਼੍ਰੀ ਅਕਾਲ। ਮੈਂ ਕਹਿ ਦਿੰਦਾ ਵਿਰਕ ਸਾਹਿਬ ਵੈਲਕਮ, ਤੁਸੀਂ ਪੇਸ਼ੈਂਟਲੀ ਸਾਰੀ ਗੱਲਬਾਤ ਸੁਣ ਰਹੇ ਹੋ, ਕੀ ਹਾਲ ਹੈ? ਠੀਕ ਹੈ? ਸਤਿ ਸ਼੍ਰੀ ਅਕਾਲ ਯੁੱਧਵੀਰ ਜੀ, ਬਿਲਕੁਲ ਵਧੀਆ, ਚੜ੍ਹਦੀ ਕਲਾ। ਤੇ ਮੇਰੇ ਵੱਲੋਂ ਨਾਰੀ ਸ਼ਕਤੀ, ਵਾਈ ਮੀਡੀਆ ਫੈਮਿਲੀ ਤੇ ਯੂਥ ਬ੍ਰਿਗੇਡ ਨੂੰ ਯੈਸ ਵੀ ਸਪੋਰਟ। ਤੇ ਮੈਂ ਸ਼ਾਰਟ ਥੋੜੇ ਜਿਹੇ ਕਮੈਂਟ ਕਰਾਂਗਾ ਯੁੱਧਵੀਰ ਜੀ। ਮੈਂ ਫਾਈਨੈਂਸ਼ੀਅਲ ਐਕਸਪਰਟ ਨਹੀਂ ਹੈਗਾ ਜੀ। ਮੈਂ ਥੋੜਾ ਜਿਹਾ ਬਹੁਤਾ ਆਪਣੇ ਆਪ ਨੂੰ ਅਵੇਅਰ ਸਮਝਦਾ ਵੀ ਮੈਂ ਇੰਟਰਨੈਸ਼ਨਲ ਜੋ ਹਾਲਾਤ ਚੱਲ ਰਹੇ ਨੇ ਇਹਨਾਂ ਤੇ ਮੈਂ ਪੋਲੀਟੀਕਲੀ ਬੜਾ ਅਵੇਅਰ ਆਪਣੇ ਆਪ ਨੂੰ ਰੱਖਿਆ ਹੋਇਆ ਹੈ। ਤੇ ਜੋ ਕੁਛ ਇਸ ਵੇਲੇ ਵੱਧ ਰਿਹਾ ਇੰਟਰਨੈਸ਼ਨਲ ਸਟੇਜ ਦੇ ਉੱਤੇ, ਯੂਕਰੇਨ ਆਲਰੇਡੀ ਅਖੀਰਾਂ ਤੇ ਜਾਂਦਾ ਪਿਆ ਔਰ ਹੋਰ ਗਾਂਹ ਦੀ ਗਾਂਹ ਵਧੀ ਜਾਂਦਾ ਹੈ। ਤਾਇਵਾਨ ਬੋਇਲਿੰਗ ਪੁਆਇੰਟ ਤੇ ਚਲਾ ਗਿਆ ਹੈ। ਈਰਾਨ ਨੇ ਨਵਾਂ ਕੰਮ ਕਰ ਦਿੱਤਾ ਹੈ। ਇਹਦੇ ਨਾਲ ਇਜ਼ਰਾਈਲ, ਸੀਰੀਆ ਤੇ ਲਬਨਾਨ ਇਜ਼ਰਾਈਲ ਵਾਸਤੇ ਬੜੇ ਸੀਰੀਅਸ ਇਸ਼ੂ ਹੋਣਗੇ। ਈਰਾਨ ਸਟਰੋਂਗ ਹੋ ਰਿਹਾ ਜਿਸ ਤਰੀਕੇ ਨਾਲ, ਤੇ ਜਿਸ ਤਰੀਕੇ ਨਾਲ ਅਰਬ ਕੰਟਰੀਆਂ ਜਿਹੜੀਆਂ ਹੈਗੀਆਂ ਨੇ ਉਹ ਸਾਰੀਆਂ ਆਪਣੇ ਕਨਫਲਿਕਟ ਪਿੱਛੇ ਛੱਡ ਕੇ ਇੱਕ ਦੂਜੇ ਨੂੰ ਜੱਫੀ ਪਾ ਰਹੀਆਂ ਨੇ। ਇਹ ਜਿਹੜੇ ਸਾਰੇ ਹਾਲਤ ਨੇ ਇਹ ਇੱਕ ਵਰਲਡ ਇਕੋਨਮੀ ਵਾਸਤੇ ਬੜੇ, ਮੇਰੇ ਹਿਸਾਬ ਨਾਲ ਬੜੇ ਸੀਰੀਅਸ ਚੈਲੰਜ ਆਉਣ ਵਾਲੇ ਸਮੇਂ 'ਚ ਹੋਣਗੇ ਔਰ ਇੰਟਰਸਟ ਰੇਟ ਵਧਣਗੇ ਘਟਣਗੇ ਨਹੀਂ। ਇਹਦੇ ਬਾਰੇ ਸਾਡੇ ਜਿਹੜੇ ਦੋ ਖਾਸ ਮਹਿਮਾਨ ਨੇ ਉਹੀ ਜ਼ਿਆਦਾ ਡਿਸਕਸ ਕਰਨਗੇ। ਰੀਅਲ ਸਟੇਟ ਦਾ ਕੋਈ ਸਵਾਲ ਪੀਕੇ ਸਬਰਵਾਲ ਔਰ ਪੰਕਜ ਮੋਗਾ ਜੀ। ਜੀ ਪੰਕਜ ਜੀ ਐਂਡ ਪੀਕੇ ਜੀ, ਤੁਹਾਡੇ ਕਮੈਂਟਸ। ਜੀ ਬਿਲਕੁਲ ਯੁੱਧਵੀਰ ਜੀ, ਬੇਸਿਕਲੀ ਤਾਂ ਜਿਹੜੀ ਗੱਲ ਹੋ ਰਹੀ ਹੈ ਕਿ ਇੰਟਰਸਟ ਰੇਟ ਵੱਧ ਗਿਆ ਹੈ ਔਰ ਅਗਲੇ ਮਹੀਨੇ ਵੀ ਜੁਲਾਈ 'ਚ ਵੀ 12 ਜੁਲਾਈ ਦੀ ਡੇਟ ਹੈ ਜੀ। 12 ਜੁਲਾਈ ਨੂੰ ਦੇਖਦੇ ਹਾਂ, ਉਹਦੇ ਵਿੱਚ ਇੱਕ ਇਨਫਲੇਸ਼ਨ ਦੀ ਰਿਪੋਰਟ ਆਏਗੀ ਵਿੱਚ ਵੀ ਆਰ ਐਕਸਪੈਕਟਿੰਗ ਕਿ ਉਹ ਇਨਫਲੇਸ਼ਨ ਦੀ ਰਿਪੋਰਟ ਥੋੜੀ ਜਿਹੀ ਘੱਟ ਹੀ ਹੋਵੇਗੀ, ਲੇਕਿਨ ਉਸ ਤੋਂ ਬਾਅਦ ਦੀਆਂ ਰਿਪੋਰਟਾਂ ਹੋ ਸਕਦੀਆਂ ਨੇ ਜ਼ਿਆਦਾ ਹੁਣ। ਸੋ ਬੈਂਕ ਆਫ ਕੈਨੇਡਾ ਇਜ਼ ਸੀਇੰਗ ਆਲ ਦੀਸ ਥਿੰਗਸ ਔਰ ਅਸੀਂ ਪਹਿਲਾਂ ਵੀ ਉਹਦੀ ਹਿਸਟਰੀ ਵੇਖ ਲਿੱਤੀ ਹੈ। ਜਿਵੇਂ ਬੈਂਕ ਆਫ ਕੈਨੇਡਾ ਨੇ ਹੈਮਰ ਕਰਨਾ ਸ਼ੁਰੂ ਕੀਤਾ ਸੀ, ਅਗਰ G7 ਨੂੰ ਚੱਕਿਆ ਜਾਵੇ ਤਾਂ ਸਭ ਤੋਂ ਪਹਿਲਾਂ ਬੈਂਕ ਆਫ ਕੈਨੇਡਾ ਨੇ ਵੱਡੇ ਵੱਡੇ ਰੇਟ ਵਧਾ ਕੇ ਔਰ ਹਰ ਮੀਟਿੰਗ 'ਚ ਵਧਾਏ ਸੀਗੇ। ਸੋ ਦੇ ਵਰ ਹੈਮਰਿੰਗ ਇਨ ਦਾ ਸਟਾਰਟਿੰਗ ਓਨਲੀ। ਸੋ ਉਹ ਚੀਜ਼ ਉਹਨਾਂ ਨੇ ਦੁਬਾਰਾ ਸ਼ੁਰੂ ਕਰ ਦਿੱਤੀ ਹੈ। ਸੋ ਇਸ ਵਾਸਤੇ ਮੈਨੂੰ ਲੱਗਦਾ ਪਿਆ ਕਿ ਜੁਲਾਈ ਔਰ ਸਪਟੈਂਬਰ ਇਹਨਾਂ 'ਚ ਦੋਨਾਂ 'ਚ ਇੱਕ ਵਾਰੀ ਤਾਂ ਜ਼ਰੂਰ ਰੇਟ ਵਧਾਉਣਗੇ। ਉਸ ਤੋਂ ਬਾਅਦ ਬਾਕੀ ਡਿਪੈਂਡ ਕਰਦਾ ਹੈ ਰਿਪੋਰਟ ਤੇ। ਬਟ ਹੁਣ ਜਿਹੜੇ ਇਕੋਨਮਿਸਟ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਨਹੀਂ ਵਧੇਗਾ, ਅੱਜ ਤੋਂ ਪਹਿਲਾਂ ਬਹੁਤ ਸਾਰੇ ਇਕੋਨਮਿਸਟ ਸੀਗੇ ਜਿਹੜੇ ਕਹਿ ਰਹੇ ਸੀ ਕਿ ਨਹੀਂ ਵਧੇਗਾ, ਉਹ ਅੱਜ ਸਾਰੇ ਇਕੋਨਮਿਸਟ ਹੱਥ ਜੋੜ ਕੇ ਬੈਠੇ ਨੇ ਕਿ ਯੈਸ ਅਗਲੀ ਮੀਟਿੰਗ ਵਾਸਤੇ ਉਹ ਸਾਰੇ ਤਿਆਰ ਨੇ ਕਿ ਉਹਨਾਂ ਦੀ ਇਹ ਜਿਹਾ ਕੋਈ ਇਕੋਨਮਿਸਟ ਨਹੀਂ ਹੈਗਾ ਇਸ ਵੇਲੇ, ਮੈਨੂੰ ਨਹੀਂ ਦਿਖਦਾ ਪਿਆ
ਜਿਹੜਾ ਇਹ ਕਹਿ ਰਿਹਾ ਹੋਵੇ ਕਿ ਹੁਣ ਨਹੀਂ ਵਧਾਣਗੇ ਉਹ ਦੁਬਾਰਾ। ਸੋ ਹੁਣ ਇਹ ਕਨਫਰਮ ਹੈ ਕਿ ਦੁਬਾਰਾ ਤੋਂ ਉਹਨਾਂ ਨੇ ਹਾਈਕਿੰਗ ਸਾਈਕਲ ਸ਼ੁਰੂ ਕਰ ਦਿੱਤਾ ਹੈ ਤੇ ਆਪਦੇ ਉਹ 3% ਟਾਰਗੇਟ ਤੇ ਆਉਣਾ ਚਾਹ ਰਹੇ ਨੇ। ਸੋ ਉਹ ਕੋਈ ਨਹੀਂ ਰੋਕ ਸਕਦਾ ਹੁਣ ਇਸ ਵੇਲੇ, ਉਹ ਵਧਾਣਗੇ ਚੀਜ਼ ਵਿੱਚ। ਸੁਖਵਿੰਦਰ ਜੀ ਤੁਸੀਂ ਆਉਂਦੇ ਹੋ ਜੀ, ਤੁਹਾਡੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਮੋਂਗਾ ਸਾਹਿਬ ਤੁਹਾਡੇ ਲਈ ਆ ਜੀ। ਜਿਹੜੀਆਂ ਸਾਰੀ ਕੈਲਕੂਲੇਸ਼ਨ ਜਿਹੜੀ ਤੁਸੀਂ ਦੱਸ ਰਹੇ ਆ ਕਿ ਜੌਬ ਗਰੋਥ ਬੜੀ ਆ, ਬੜੀਆਂ ਜੌਬ ਦਾ, ਮੈਨੂੰ ਲੱਗਦਾ ਇਹ ਰੀਅਲਿਸਟਿਕ ਨਹੀਂ ਹੈਗਾ, ਯਕੀਨ ਨਹੀਂ ਆਉਂਦਾ। ਚਲੋ ਡਾਟਾ ਹੈਗਾ, ਗਵਰਨਮੈਂਟ ਦਾ ਡਾਟਾ ਹੈਗਾ, ਉਹਨੂੰ ਆਪਾਂ ਇਗਨੋਰ ਵੀ ਨਹੀਂ ਕਰ ਸਕਦੇ, ਲੇਕਿਨ ਤੁਸੀਂ ਜੌਬ ਮਾਰਕੀਟ ਦੇਖੋ, ਕੰਪਨੀਆਂ ਨੇ ਜੌਬ ਕੱਟ ਡਾਊਨ ਕੀਤੀਆਂ, ਵੱਡੀਆਂ ਕੰਪਨੀਆਂ ਨੇ ਵੀ ਕੀਤੀਆਂ, ਉਹ ਛੋਟੀਆਂ ਵਿੱਚ ਵੀ ਇਹ ਹਾਲ ਆ। ਤੁਸੀਂ ਜਿਹਨੂੰ ਮਰਜ਼ੀ ਪੁੱਛ ਲਓ, ਕੰਮਾਂ ਕਾਰਾਂ ਦਾ ਟਰੱਕਿੰਗ ਵਿੱਚ ਦੇਖ ਲਓ, ਬਹੁਤ ਕੰਮ ਸਲੋ ਹੈਗੇ, ਲੋਕਾਂ ਨੂੰ ਕੰਮ ਨਹੀਂ ਮਿਲਦੇ, ਲੋਕੀ 3-3 ਦਿਨ 2-2 ਦਿਨ ਕੰਮ ਕਰ ਰਹੇ ਆ। ਔਰ ਜਿਹੜੇ ਆਪਣੇ ਲੋਕ ਸਮਾਲ ਬਿਜ਼ਨਸ ਵਿੱਚ ਆ, ਜੁੱਧ ਵੀ ਜੀ ਤੁਸੀਂ ਵੀ, ਤੁਹਾਡੇ ਨਾਲ ਵੀ ਇੰਪਲੋਈਜ਼ ਹੈਗੇ ਆ, ਲੋਕੀ ਦੱਸਦੇ ਆ 20-20, 25-25 ਲੋਕ ਰੋਜ਼ ਪੁੱਛਣ ਆਉਂਦੇ ਆ ਕੰਮ ਹੈਗਾ ਭਾਜੀ, ਕੰਮ ਦੇ ਦਿਓ ਕੰਮ। ਸਟੂਡੈਂਟਸ ਜਿਹੜੇ ਆ ਹੋਰ ਜਿਹਨੂੰ ਉਹ ਵੀ ਲੇਬਰ ਵਿੱਚ ਹੀ ਜਾਂਦੇ ਆ ਜ਼ਿਆਦਾ, ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ, ਲੋਕੀ ਤੇ ਬੜੇ ਔਖੇ ਆ। ਮੈਨੂੰ ਲੱਗਦਾ ਨਹੀਂ ਇਹ ਮਿਸਮੈਚ ਕਿੱਦਾਂ ਆ। ਕੈਨ ਯੂ ਐਕਸਪਲੇਨ ਦਿਸ? ਮੈਨੂੰ ਲੱਗਦਾ ਬਿਲਕੁਲ 100% ਐਕਸਪਲੇਨ। ਸੁਖਵਿੰਦਰ ਜੀ ਤੁਸੀਂ ਕਰਦੇ ਕੀ ਹੋ? ਤੁਸੀਂ ਟਰੱਕਿੰਗ ਇੰਡਸਟਰੀ 'ਚ? ਹਾਂਜੀ, ਸੁਖਵਿੰਦਰ ਜੀ ਨੇ ਆਪਣਾ ਸਵਾਲ ਪੁੱਛ ਕੇ ਲਾਈਨ ਡਿਸਕਨੈਕਟ ਕਰ ਦਿੱਤੀ। ਲਾਈਨ ਕਰ ਦਿੱਤੀ। ਓਕੇ, ਉਹਨਾਂ ਨੇ ਦੋ ਚੀਜ਼ਾਂ ਕਹੀਆਂ ਨੇ, ਉਹ ਦੋਨੋਂ ਚੀਜ਼ਾਂ ਉਹ ਸਹੀ ਕਹਿ ਰਹੇ ਨੇ। ਟਰੱਕਿੰਗ ਇੰਡਸਟਰੀ ਯੈਸ, ਟਰੱਕਿੰਗ ਇੰਡਸਟਰੀ ਸਭ ਤੋਂ ਜ਼ਿਆਦਾ ਇੰਪੈਕਟ ਹੋਈ ਹੈ ਜੀ ਇਸ ਵੇਲੇ। ਟਰੱਕਿੰਗ ਇੰਡਸਟਰੀ ਸਲੋ ਡਾਊਨ ਦੀ ਤਰਫ ਹੈਗੀ ਹੈ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਟਰਾਂਸਪੋਰਟ ਵਗੈਰਾ, ਇਹ ਥੋੜ੍ਹੀਆਂ ਜਿਹੀਆਂ ਘਟਣੀਆਂ ਸ਼ੁਰੂ ਹੋ ਗਈਆਂ ਨੇ, ਇੰਟਰਸਟ ਰੇਟ ਦਾ ਇੰਪੈਕਟ ਆਉਣਾ ਸ਼ੁਰੂ ਹੋ ਗਿਆ ਹੈ ਉਹ ਚੀਜ਼ਾਂ 'ਚ। ਸੋ ਇਨਫਲੇਸ਼ਨ ਹਾਲੇ ਵੀ ਥੋੜੀ ਜਿਹੀ ਉੱਪਰ ਹੈ, ਲੇਕਿਨ ਟਰੱਕਿੰਗ 'ਚ ਇੰਪੈਕਟ ਆ ਗਿਆ ਇਸ ਵਾਸਤੇ। ਉਹ ਕਿਉਂਕਿ ਅਗਰ ਤੁਸੀਂ ਸਿਰਫ ਟਰੱਕਿੰਗ ਨੂੰ ਦੇਖੋਗੇ ਤਾਂ ਤੁਹਾਨੂੰ ਲੱਗੇਗਾ ਯੈਸ ਜੌਬਸ ਤਾਂ ਬਹੁਤ ਪਈਆਂ ਨੇ ਯਾਰ, ਲੇਕਿਨ ਤੁਸੀਂ ਅਗਰ ਬਾਕੀ ਮਾਰਕੀਟ 'ਚ ਜਾਓਗੇ, ਕਾਰਪੋਰੇਸ਼ਨਸ ਕੋਲ ਜਾਓਗੇ, ਕਾਰਪੋਰੇਟ ਕੋਲ ਜਾਓਗੇ, ਉਹਨਾਂ ਨੂੰ ਲੋਕ ਹੀ ਨਹੀਂ ਮਿਲਦੇ ਪਏ। ਸਟੂਡੈਂਟ ਦੀ ਗੱਲ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਇੱਕ ਜਗ੍ਹਾ ਤੇ ਨੌਕਰੀ ਨਿਕਲਦੀ ਹੈ, ਉੱਥੇ ਹੋ ਕੀ ਰਿਹਾ ਹੈ? ਮੈਂ ਬਹੁਤ ਲੋਕਾਂ ਨਾਲ ਮਿਲਦਾ, ਮੇਰੇ ਬਹੁਤ ਕਾਰਪੋਰੇਟ ਜਾਣਕਾਰ ਨੇ, ਕਲਾਇੰਟਸ ਨੇ, ਮੈਂ ਵੱਡੇ ਬਿਜ਼ਨਸ ਨਾਲ ਡੀਲ ਕਰਦਾ। ਸੋ ਉਹ ਸਟੂਡੈਂਟ ਨੂੰ ਹਾਇਰ ਹੀ ਨਹੀਂ ਕਰਨਾ ਚਾਹ ਰਹੇ ਨੇ, ਕਿਉਂਕਿ ਉਹਨਾਂ ਨੂੰ ਇੰਗਲਿਸ਼ ਥੋੜੀ ਜਿਹੀ ਉਹਨਾਂ ਨੂੰ ਪ੍ਰੋਬਲਮ ਹੈ ਬੋਲਣ ਦੀ। ਅਗਰ ਉਹਨਾਂ ਨੇ ਕਾਰਪੋਰੇਟ 'ਚ ਡੀਲ ਕਰਨਾ ਹੈ ਤਾਂ ਉਹ ਡੀਲ ਨਹੀਂ ਕਰ ਪਾ ਰਹੇ ਨੇ। ਸੋ ਤੁਹਾਨੂੰ ਯਾਦ ਹੋਵੇਗਾ ਜਦੋਂ ਆਪਾਂ ਵੀ ਇਸ ਕੰਟਰੀ 'ਚ ਆਏ ਸੀ, ਕੈਨੇਡੀਅਨ ਐਕਸਪੀਰੀਅੰਸ। ਸੋ ਕੈਨੇਡੀਅਨ ਐਕਸਪੀਰੀਅੰਸ ਜਿਹੜਾ ਸੀਗਾ, ਉਹ ਕੈਨੇਡੀਅਨ ਐਕਸਪੀਰੀਅੰਸ ਉਹਨਾਂ ਨੂੰ ਹਾਲੇ ਹੈ। ਸੋ ਉਹਨਾਂ ਨੂੰ ਪ੍ਰੋਬਲਮ ਆਉਂਦੀ ਪਈ ਹੈ। ਤਾਂ ਹੀ ਤਾਂ ਉਹ ਟਰੱਕਿੰਗ 'ਚ ਜਾ ਰਹੇ ਨੇ, ਤਾਂ ਹੀ ਤਾਂ ਉਹ ਇਸ ਤਰ੍ਹਾਂ ਦੇ ਕੰਮ ਕਰਦੇ ਪਏ ਨੇ, ਵੇਅਰ ਹਾਊਸ 'ਚ ਜਾ ਰਹੇ ਨੇ, ਜਿੱਥੇ ਉਹਨਾਂ ਨੂੰ ਮਤਲਬ ਲਗਭਗ ਬਲੂ ਕਾਲਰ ਜੌਬ ਮੈਂ ਇਹਨੂੰ ਕਹਿ ਸਕਦਾ, ਜਿਹੜੀਆਂ ਵੇਅਰ ਹਾਊਸ ਵਗੈਰਾ ਜਿਹੜੀਆਂ ਹੁੰਦੀਆਂ ਨੇ ਤੁਸੀਂ। ਸੋ ਉਸ ਜੌਬਸ 'ਚ ਜਾ ਰਹੇ ਨੇ। ਵਾਈਟ ਕਾਲਰ ਉਹਨਾਂ ਨੂੰ ਜੌਬ ਮਿਲ ਨਹੀਂ ਪਾ ਰਹੀਆਂ ਨੇ ਬਿਕੋਜ਼ ਆਫ ਦੇਅਰ ਐਜੂਕੇਸ਼ਨ ਔਰ ਸਪੀਕਿੰਗ ਔਰ ਜੋ ਵੀ ਸਿਚੁਏਸ਼ਨ ਹੈ। ਲੇਕਿਨ ਇਸ ਵੇਲੇ ਕਾਰਪੋਰੇਟ ਵਰਲਡ 'ਚ ਜੌਬ ਦੀ ਇੰਨੀ ਕਮੀ ਹੈ ਜੀ। ਅਗਰ ਤੁਸੀਂ ਅੱਜ ਜੌਬ ਕੱਢਦੇ ਹੋ ਤਾਂ ਲੋਕ ਲੱਭਦੇ ਪਏ ਨੇ ਉਹਨਾਂ ਨੂੰ, ਸੂਟੇਬਲ ਐਜੂਕੇਟਿਡ ਸੂਟੇਬਲ ਲੋਕ ਨਹੀਂ ਮਿਲਦੇ ਪਏ। ਵੈਸੇ ਤਾਂ ਜਨਤਾ ਬਹੁਤ ਹੈਗੀ ਹੈ, ਉਹ ਜਨਤਾ ਨੂੰ ਉਹ ਹਾਇਰ ਨਹੀਂ ਕਰਨਾ ਚਾਹ ਰਹੇ ਨੇ, ਇਹ ਪ੍ਰੋਬਲਮ ਹੈ। ਸਰ ਮੈਂ ਰੋਜ਼ ਦੇਖ ਰਿਹਾ, ਸਾਨੂੰ ਲੋੜ ਹੈਗੀ ਇੱਥੇ 2-3 EMPLOYE ਦੀ, ਅਸੀਂ ਲੱਭ ਰਹੇ ਹਾਂ, ਐਡ ਪਾ ਕੇ ਅਸੀਂ ਮਰ ਗਏ ਹਾਂ ਤੇ ਸਾਨੂੰ ਨਹੀਂ ਮਿਲ ਰਹੇ ਸਾਡੇ ਜੋ ਸਾਨੂੰ ਚਾਹੀਦਾ। ਮੈਂ ਤੇ ਵਾਈ ਮੀਡੀਆ ਦੀ ਵੀ ਰੋਜ਼ ਇਹਨਾਂ ਨੂੰ ਵੀ ਬਹੁਤ ਸਾਰੇ EMPLOYE ਚਾਹੀਦੇ ਨੇ, ਉਹਨਾਂ ਨੂੰ ਵੀ ਨਹੀਂ ਮਿਲ ਰਹੇ। ਨਹੀਂ ਤੇ ਵਾਈ ਮੀਡੀਆ ਦੀ ਐਡ ਨਾ ਬੰਦ ਹੋ ਜਾਂਦੀ, ਮੈਂ ਇਹਨਾਂ ਨੂੰ ਵੀ ਦੇਖ ਰਿਹਾ। ਗੱਲ ਕਰਦੇ ਨਾ ਜੀ, ਮੈਨੂੰ ਇੱਕ ਬੰਦੇ ਦੀ ਜ਼ਰੂਰਤ ਸੀਗੀ ਪਿਛਲੇ ਦਿਨੋਂ, ਕਾਫੀ ਦਿਨ ਪਹਿਲਾਂ ਦੀ ਗੱਲ ਹੈ, 2 ਮਹੀਨੇ ਪਹਿਲੇ ਮੈਂ ਵੀ ਕਿਸੇ ਨੂੰ ਹਾਇਰ ਕਰਨਾ ਚਾਹ ਰਿਹਾ ਸੀਗਾ। ਸਰ ਮੈਨੂੰ ਪਰਸਨ ਚਾਹੀਦਾ ਸੀਗਾ ਜਿਹੜਾ ਕਿ ਇੰਸ਼ੋਰੈਂਸ ਕੰਪਨੀਆਂ ਨਾਲ, ਇਨਵੈਸਟਮੈਂਟ ਕੰਪਨੀਆਂ ਨਾਲ ਫੋਲੋ ਅਪ ਕਰ ਸਕੇ, ਗੱਲ ਕਰ ਸਕੇ। ਸੋ ਮੇਰੇ ਕੋਲ ਰਿਜ਼ਿਊਮੇ ਆਏ ਕੋਈ 300-350, ਜਿੰਦੇ ਚੋਂ ਮੈਂ ਕੋਈ ਲਗਭਗ 50 ਲੋਕਾਂ ਦਾ ਇੰਟਰਵਿਊ ਕੀਤਾ। ਉਹ 50 ਦੇ 50 ਇੰਗਲਿਸ਼ ਨਹੀਂ ਬੋਲ ਪਾ ਰਹੇ ਸੀਗੇ। ਅਗਰ ਉਹ ਇੰਗਲਿਸ਼ ਹੀ ਨਹੀਂ ਬੋਲ ਪਾ ਰਹੇ ਨੇ ਤਾਂ ਮੈਂ ਉਹ ਫੋਲੋ ਅਪ ਕਿਵੇਂ ਕਰਨਗੇ ਇੰਸ਼ੋਰੈਂਸ ਕੰਪਨੀ ਨਾਲ, ਇਨਵੈਸਟਮੈਂਟ ਕੰਪਨੀ ਨਾਲ? ਸੋ ਮੇਰੇ ਵਾਸਤੇ ਉਹ ਬਹੁਤ ਵੱਡੀ ਪ੍ਰੋਬਲਮ ਸੀ। ਹਾਇਰ ਕਰਨ ਨੂੰ ਕੋਈ ਪ੍ਰੋਬਲਮ ਨਹੀਂ ਹੈ, ਅਗਰ ਮੈਨੂੰ ਆਫਿਸ ਸਾਫ਼ ਕਰਵਾਉਣਾ ਹੈ ਜਾਂ ਆਫਿਸ 'ਚ ਬਹਿਣਾ ਹੈ ਕਿਸੇ ਨੇ, ਲੇਕਿਨ ਜਦੋਂ ਉਹਨੇ ਫੋਨ ਚੱਕ ਕੇ ਗੱਲ ਕਰਨੀ ਹੈ ਕਿਸੇ ਕਾਰਪੋਰੇਟ ਨਾਲ ਤਾਂ ਉੱਥੇ ਤਾਂ ਕੋਈ ਪੰਜਾਬੀ ਬੋਲਣ ਵਾਲਾ ਨਹੀਂ ਬੈਠਾ ਹੋਇਆ, ਜਾਂ ਉੱਥੇ ਤਾਂ ਹਿੰਦੀ ਬੋਲਣ ਵਾਲਾ ਜਾਂ ਉਰਦੂ ਬੋਲਣ ਵਾਲਾ ਨਹੀਂ ਬੈਠਾ ਹੋਇਆ, ਉੱਥੇ ਤਾਂ ਉਹ ਇੰਗਲਿਸ਼ 'ਚ ਗੱਲ ਕਰੇਗਾ। ਸੋ ਮੈਨੂੰ ਉਹ ਪ੍ਰੋਬਲਮ ਆ ਰਹੀ ਸੀਗੀ ਕਿ ਉਹਨਾਂ ਦੀ ਇੰਗਲਿਸ਼ ਸਹੀ ਨਹੀਂ ਸੀਗੀ। ਸੋ ਇਸ ਵਾਸਤੇ ਮੈਂ ਹਾਇਰ ਨਹੀਂ ਕੀਤਾ ਉਹਨਾਂ। ਜੀ ਤੁਹਾਡਾ ਕੀ ਰੀਜ਼ਨ ਹੈ, ਆਪਣਾ ਦੱਸੋ ਜੀ ਜੀ, ਤੁਹਾਡੀ ਯਾਦ ਬੜੀ ਆ ਰਹੀ ਹੈ। ਮੈਂ ਛੋਟਾ ਜਿਹਾ ਕਮੈਂਟ ਦੇ ਸਕਦਾ, ਛੋਟਾ ਜਿਹਾ ਜੀ? ਹਾਂਜੀ। ਦੇਖੋ ਤੁਸੀਂ ਨਵਾਂ ਪੁਆਇੰਟ ਆਉਂਦਾ ਮੇਰੇ ਵਾਸਤੇ ਵੀ ਸਟੂਡੈਂਟ ਇੰਗਲਿਸ਼ ਨਹੀਂ ਬੋਲ ਸਕਦੇ। ਜੇ ਸਟੂਡੈਂਟ ਆ ਰਹੇ ਨੇ ਜਿਹੜੇ ਇੰਗਲਿਸ਼ ਸਕੂਲਾਂ 'ਚ ਪੜ੍ਹੇ ਹੋਏ ਨੇ ਉੱਥੇ, ਔਰ ਬੜੇ ਕੁਛ ਦੇਸੀ ਸਕੂਲਾਂ 'ਚ ਵੀ ਪੜ੍ਹੇ ਨੇ, ਲੇਕਿਨ ਇੰਗਲਿਸ਼ ਸਾਰੇ ਪੜ੍ਹੇ ਹੋਏ ਨੇ ਚੰਗੀ,
ਬੇਸਿਕ ਇੰਗਲਿਸ਼ ਸਾਰਿਆਂ ਕੋਲ ਗੁੱਡ ਹੈ, ਗ੍ਰਾਮਰ ਇੱਥੋਂ ਵਾਲੇ ਮੁੰਡਿਆਂ ਨਾਲੋਂ ਬੈਟਰ ਹੈ, ਜਿਹੜੇ ਇੱਥੇ ਪੜ੍ਹੇ ਲਿਖੇ ਉਹਨਾਂ ਨਾਲੋਂ ਉਹਨਾਂ ਦੀ ਗ੍ਰਾਮਰ ਬੈਟਰ ਹੈ। ਜੇ ਉਹ ਜੋਬਾਂ ਵਾਸਤੇ ਆਪਣਾ ਘਰ ਨਹੀਂ ਇੰਗਲਿਸ਼ ਬੋਲਣ ਦਾ ਪੂਰਾ ਕਰ ਸਕਦੇ, ਤੇ ਜਿਹੜੇ ਯੁੱਧ ਵਿੱਚ ਰਿਫਿਊਜੀ ਅਸੀਂ ਭਰਤੀ ਕਰ ਰਹੇ ਹਾਂ ਕੈਨੇਡਾ, ਉਹ ਜਿਹੜੇ ਰਿਫਿਊਜੀ ਆ ਰਹੇ ਨੇ ਸਾਰੇ ਕੀ ਫਿਰ ਉਹ ਜੋਬਾਂ ਦਾ ਘਰ ਉਹ ਪੂਰਾ ਕਰਨਗੇ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ, ਜਿਨ੍ਹਾਂ ਨੂੰ ਜਿਹੜੀ ਸਪੈਨੀਅਲ ਆਉਂਦੀ ਹੈ, ਜਿਹੜੀ ਫਰੈਂਚ ਆਉਂਦੀ ਹੈ ਜਾਂ ਕੋਈ ਹੋਰ ਲੈਂਗੁਏਜ ਆਉਂਦੀ ਹੈ, ਇੰਗਲਿਸ਼ ਉਹਨਾਂ ਕਦੀ ਟੱਚ ਹੀ ਨਹੀਂ ਕੀਤੀ, ABC ਵੀ ਨਹੀਂ ਇੰਗਲਿਸ਼ ਦਾ ਪਤਾ, ਤੇ ਫਿਰ ਅਸੀਂ ਕੈਨੇਡਾ ਦੇ ਜੋਬ ਸੈਕਟਰ ਨੂੰ ਪੂਰਾ ਕਿਵੇਂ ਕਰ ਸਕਾਂਗੇ? ਇਹ ਤੇ ਬੜਾ ਵੱਡਾ ਚੈਲੰਜ ਆ ਜਾਏਗਾ ਫਿਰ ਕੈਨੇਡਾ ਆ ਕੇ। ਮੈਂ ਦੱਸਾਂ ਜੀ ਦੋਨੋਂ ਚੀਜ਼ਾਂ ਸਰ ਸਟੂਡੈਂਟ ਦੀ ਪ੍ਰੋਬਲਮ, ਸੌਰੀ ਸਟੂਡੈਂਟ ਦੀ ਪ੍ਰੋਬਲਮ ਅਲੱਗ ਪ੍ਰੋਬਲਮ ਹੈ ਸਰ। ਤੁਸੀਂ ਸਿਰਫ ਸਟੂਡੈਂਟ ਨੂੰ ਇੱਕ ਪੁਆਇੰਟ ਲੈ ਕੇ ਆਓਗੇ। ਸਟੂਡੈਂਟ ਸਾਡੇ ਕੋਲ ਮੇਰੇ ਆਫਿਸ ਅੰਦਰ 5 ਸਟੂਡੈਂਟ ਕੰਮ ਕਰ ਰਹੇ ਨੇ ਇਸ ਵਕਤ, ਲੇਕਿਨ ਸਟੂਡੈਂਟ ਜੀ ਰੱਖੇ ਨੇ ਉਹਦੇ ਅੰਦਰ ਅਲੱਗ ਸਾਨੂੰ ਫੇਸ ਕਰਨੀ ਪੈਂਦੀ ਪ੍ਰੋਬਲਮ ਕਿ ਸਟੂਡੈਂਟ ਉਹਨਾਂ ਦੀ ਕਮਿਊਟਿੰਗ ਦੀ ਪ੍ਰੋਬਲਮ ਹੈ, ਕਾਰ ਉਹਨਾਂ ਕੋਲ ਨਹੀਂ ਹੈਗੀ, ਬੱਸ ਜਾਣ ਵਾਸਤੇ 1.5 ਘੰਟਾ ਲੱਗਦਾ ਹੈ। ਸੋ ਕੋਈ ਇੰਟਰਵਿਊ ਨੂੰ ਆ ਕੇ ਸਟੂਡੈਂਟ ਦਿੰਦਾ ਸਕਾਰਬੋਰੋ ਤੋਂ ਮਿਸਾਂਗਾ ਕਿਸ ਤਰ੍ਹਾਂ ਆਏਗਾ, ਮੈਂ ਉਹਨੂੰ ਉਹ ਕਹਿੰਦਾ ਮੈਂ ਆ ਜਾਵਾਂਗਾ, ਮੈਂ ਕਿਹਾ ਛੱਡੋ ਮੈਂ ਨਹੀਂ ਰੱਖਾਂਗਾ, 2-2.5 ਘੰਟੇ ਆਣਾ 2 ਘੰਟੇ ਜਾਣਾ, ਤੁਸੀਂ 2 ਮਿੰਟ ਦੌੜ ਜਾਣਾ ਹੈਗਾ, ਫਿਰ 20 ਘੰਟੇ ਜ਼ਿਆਦਾ ਕੰਮ ਨਹੀਂ ਕਰ ਸਕਦੇ। ਫਿਰ ਉਹਨਾਂ ਦੇ ਆਪਣੇ ਟਾਈਮਿੰਗ ਹੁੰਦੇ ਨੇ ਕਿ ਕਾਲਜ ਦਾ ਟਾਈਮ ਹੈ, ਸਕੂਲ ਦਾ ਟਾਈਮ ਹੈ, ਮੈਂ ਇਹਨਾਂ ਦਿਨ ਜਾਵਾਂਗਾ, ਉਹਨਾਂ ਦੀ ਡਿਫਰੈਂਟ ਪ੍ਰੋਬਲਮ ਹੈ ਸਰ। ਅਸੀਂ ਜਨਰਲ ਗੱਲ ਕਰ ਰਹੇ ਹਾਂ, ਮੈਂ ਤੇ ਮੋਗਾ ਸਾਹਿਬ ਜਿਹੜੀ ਗੱਲ ਕਰ ਰਹੇ ਸੀ। ਤੁਸੀਂ ਯੁੱਧਵੀਰ ਜੀ ਕੀ ਕਹਿ ਰਹੇ ਹੋ? ਹਾਂਜੀ ਹਾਂਜੀ, ਮੈਂ ਤੁਸੀਂ ਪੁੱਛ ਰਹੇ ਸੀਗੇ, ਅਸੀਂ ਸਰ ਹਰ ਮਹੀਨੇ ਕਾਫੀ ਪੈਸਾ ਸਪੈਂਡ ਕਰ ਰਹੇ ਹਾਂ, ਅਸੀਂ ਮਨੀ ਸਪੈਂਡ ਕਰ ਰਹੇ ਹਾਂ, ਇਕੱਲੀ ਵੈਸੇ ਆਪਣੇ ਤਾਂ ਇੱਥੇ ਐਡ ਦੇ ਹੀ ਰਹੇ ਹਾਂ। ਮੇਰੇ ਕ੍ਰੈਡਿਟ ਕਾਰਡ ਤੇ ਹਰ ਮਹੀਨੇ ਮੇਰੇ ਕੋਲ ਬਿੱਲ ਆ ਜਾਂਦਾ ਹੈ ਕਿ ਇੰਨੇ ਪੈਸੇ ਅਸੀਂ ਸਪੈਂਡ ਕਰ ਰਹੇ ਹਾਂ ਐਡਵਰਟਾਈਜ਼ਮੈਂਟ ਵਾਸਤੇ, ਔਰ ਅਸੀਂ ਨਹੀਂ ਰੋਕ ਰਹੇ ਹਾਂ। ਉਹਦਾ ਕਾਰਨ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਬੜਾ ਵਧੀਆ ਵਰਡ ਹੁਣੇ ਪੀਕੇ ਜੀ ਇਸਤੇਮਾਲ ਕੀਤਾ ਹੈ, ਸੂਟੇਬਲ, ਪੰਕਜ ਜੀ ਨੇ ਵੀ ਕਿਹਾ ਸੂਟੇਬਲ। 41,000 ਨਵੀਆਂ ਨੌਕਰੀਆਂ ਕ੍ਰੀਏਟ ਹੋਈਆਂ। ਪਹਿਲਾਂ ਤੇ ਸਟੈਟਸ ਕੈਨੇਡਾ ਦਾ ਨੰਬਰ ਹੈ, 41,000 ਨਵੀਆਂ ਨੌਕਰੀਆਂ ਕ੍ਰੀਏਟ ਹੋਈਆਂ। ਸੋ ਸਟੈਟ ਸਕੈਨ ਕੀ ਕਰਦਾ, ਉਹ ਦੇਖਦਾ ਹੈ ਵੀ ਪੇਰੋਲ ਤੇ ਬੰਦੇ ਵਧੇ ਨੇ ਕਿ ਘਟੇ ਨੇ। ਸਟੈਟ ਸਕੈਨ ਨੇ ਉਨੀ ਰਿਪੋਰਟ ਕਰ ਦੇਣੀ ਹੈ, ਜੇ ਪੇਰੋਲ ਤੇ ਬੰਦੇ ਵੱਧ ਗਏ ਨੇ ਉਹਨੇ ਰਿਪੋਰਟ ਕਰ ਦੇਣਾ ਵੀ ਇੰਨੇ ਬੰਦੇ ਪੇਰੋਲ ਤੇ ਵੱਧ ਗਏ ਨੇ, ਠੀਕ ਹੈ। ਸੋ ਇਹਦਾ ਮਤਲਬ 41,000 ਲੋਕਾਂ ਨੂੰ ਇੰਪਲੋਏ ਕੀਤਾ ਹੈ, ਤਾਂ ਹੀ ਸਟੈਟ ਸਕੈਨ ਕਹਿੰਦਾ ਹੈ ਕਿ ਯੈਸ ਜੌਬ ਕ੍ਰੀਏਸ਼ਨ ਹੋਈ ਹੈ। ਹੁਣ ਸਾਨੂੰ ਸਰ ਸੂਟੇਬਲ ਬੰਦੇ ਨਹੀਂ ਮਿਲਦੇ। ਮੈਂ ਹੁਣੇ ਔਨ ਦੀ ਈਅਰ ਕਹਿਣਾ ਸਾਨੂੰ ਤੁਸੀਂ ਕੋਈ ਵਧੀਆ 1-2 ਜਰਨਲਿਸਟ ਦੇ ਦਿਓ। ਜੇ ਕੋਈ ਬੰਦਾ ਕਹਿੰਦਾ ਜੀ ਮੈਨੂੰ ਨੌਲੇਜ ਆ, ਹੁਣ ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹੁੰਦਾ ਸਾਡੇ ਕੋਲ ਜਰਨਲਿਸਟ ਜੇ ਕੋਈ ਆਉਂਦੇ ਆ ਜੀ ਅਸੀਂ ਜਰਨਲਿਜ਼ਮ ਦਾ ਕੋਰਸ ਕੀਤਾ ਇੰਡੀਆ 'ਚ ਕਰਕੇ ਆਏ, ਇੱਧਰ ਕਰਕੇ ਆਏ ਆ, ਮੈਂ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਦਾ ਵੀ ਸਵਾਲ ਪੁੱਛ ਲਵਾਂ, ਉਹਨਾਂ ਨੂੰ ਜਵਾਬ ਨਹੀਂ ਆਉਂਦਾ। ਜੇ ਮੈਂ ਉਹਨਾਂ ਨੂੰ ਇਹੀ ਪੁੱਛ ਲਈਏ ਕਿ ਜੀ ਹਾਂਜੀ ਇੰਡੀਆ ਦੇ ਵਿੱਚ ਕਿੰਨੀਆਂ ਸਟੇਟਸ ਨੇ, ਕਿੰਨੀਆਂ ਟੈਰੀਟਰੀਜ਼ ਨੇ, ਇਹ ਤਾਂ ਬੇਸਿਕ ਜਿਹਾ ਸਵਾਲ ਹੈ। ਇੰਡੀਆ ਦੇ ਵਿੱਚ ਰਾਸ਼ਟਰਪਤੀ ਕੌਣ ਹੈ, ਵਾਈਸ ਪ੍ਰੈਜ਼ੀਡੈਂਟ ਕੌਣ ਹੈ, ਕਿੰਨੇ। ਹੁਣ ਮੈਂ 2024 ਵਾਸਤੇ ਜੇ ਅਸੀਂ ਕਿਸੇ ਨੂੰ ਨਾਲ ਮਿਲਾਉਣਾ ਚਾਹੁੰਦੇ ਹਾਂ ਕਿ ਜੀ ਹਾਂਜੀ ਅਸੀਂ ਕੈਨੇਡਾ ਅਮਰੀਕਾ ਦੇ ਵਿੱਚ ਕਵਰੇਜ ਜ਼ਬਰਦਸਤ ਕਰਨੀ ਹੈ 2024 ਦੀ, ਸਟੇਟ ਇਲੈਕਸ਼ਨਸ ਹੋ ਰਹੀਆਂ, ਜੇ ਉਹਨਾਂ ਨੂੰ ਇਹੀ ਨਹੀਂ ਅੱਜ ਪਤਾ ਹੋਏਗਾ ਵੀ ਸੀਟਾਂ ਕਿੰਨੀਆਂ ਨੇ ਤੇ ਮੈਂ ਉਹਨਾਂ ਨੂੰ ਹਾਇਰ ਕਰਕੇ ਬੈਠ ਜਾਵਾਂ, ਫਿਰ ਅਸੀਂ ਕਿੱਦਾਂ ਕੰਮ ਚਲਾਵਾਂਗੇ? ਜੇ ਕੋਈ, ਅੱਜ ਮੈਂ ਫਿਰ ਕਹਿਣਾ, ਜੇ ਕੋਈ ਬੰਦਾ ਬਹੁਤ ਵਧੀਆ ਲਿਖ ਸਕਦਾ ਹੈ, ਮੈਨੂੰ ਬਹੁਤ ਤੇਜ਼ੀ ਨਾਲ ਜ਼ਰੂਰਤ ਹੈ, ਕੋਈ ਬੰਦਾ ਬੜਾ ਵਧੀਆ ਲਿਖ ਸਕਦਾ, ਰਾਈਟਰ ਕੋਈ ਕਹੇ ਜੀ ਜੋ ਅਸੀਂ ਇੱਥੇ ਗੱਲ ਰੇਡੀਓ ਪੀਕੇ ਜੀ ਨੇ, ਪੰਕਜ ਜੀ ਨੇ, ਯੁੱਧਵੀਰ ਜੀ ਨੇ ਜਿਹੜੀ ਅੱਜ ਗੱਲ ਕਹੀ ਆ, ਇਹਨੂੰ ਵਧੀਆ ਸ਼ਬਦਾਂ 'ਚ ਕੋਈ ਸਿਰਫ ਲਿਖ ਦੇਵੇ, ਕੋਈ ਆਪਣਾ ਦਿਮਾਗ ਹੋਰ ਲਗਾਉਣਾ ਹੀ ਨਹੀਂ ਹੈ। ਕੋਈ ਇੰਗਲਿਸ਼ 'ਚ ਕੋਈ ਵਧੀਆ ਪੀਕੇ ਜੀ ਔਰ ਯੁੱਧਵੀਰ ਜੀ ਔਰ ਇਹਨਾਂ ਨੇ ਕੀ ਗੱਲ ਕਹੀ ਹੈ ਵਧੀਆ ਸ਼ਬਦਾਂ 'ਚ ਕੋਈ ਲਿਖ ਸਕਦਾ ਹੈ, ਕੋਈ ਰਾਈਟਰ ਬੜਾ ਵਧੀਆ ਹੈ, ਉਹ ਕਹਿੰਦੇ ਜੀ ਮੈਨੂੰ ਨੌਲੇਜ, ਹਾਂ ਤੁਹਾਡੀ ਪਕੜ ਹੋਏਗੀ ਮੁੱਦੇ ਤੇ ਤਾਂ ਹੀ ਲਿਖੋਗੇ ਨਾ, ਠੀਕ ਹੈ। ਸੋ ਉਹ ਕੋਈ ਲਿਖ ਸਕਦਾ ਹੈ। ਹੁਣੇ ਰਾਈਟ ਵੇ ਨੰਬਰ ਫਿਰ ਦੇ ਦਿੰਦਾ 4164755000। ਬੰਦੇ ਬਹੁਤ ਮਿਲਦੇ ਨੇ। ਉਹ ਜਿਹੜੀ ਪਹਿਲਾਂ ਗੱਲ ਕਰਕੇ ਗਏ ਨੇ ਸੁਖਵਿੰਦਰ ਜੀ, ਮੈਂ ਉਹਨਾਂ ਦੀ ਗੱਲ ਨਾਲ ਵੀ ਐਗਰੀ ਕਰਦਾ। ਰੋਜ਼ ਸਾਡੇ ਕੋਲ ਕਾਲਸ ਆਉਂਦੀਆਂ ਨੇ, ਰੈਜ਼ੂਮੇ ਆਉਂਦੇ ਨੇ ਕਿ ਬਹੁਤ ਜੌਬ ਦੀ ਕਮੀ ਚੱਲ ਰਹੀ ਹੈ, ਨਹੀਂ ਮਿਲ ਰਹੀਆਂ ਜੌਬਸ, ਲੇਕਿਨ ਸੂਟੇਬਲ ਨਹੀਂ ਹੈ। ਔਰ ਮੈਂ ਇਹਦੇ ਤੇ ਇੱਕ ਪੁਆਇੰਟ ਬਸ ਕਹਿ ਕੇ ਰੈਪ ਅਪ ਕਰ ਦਿੰਦਾ, ਅਸੀਂ ਸਟੂਡੈਂਟਸ ਜਿਹੜੇ ਉੱਥੇ ਆ ਰਹੇ ਨੇ, ਕਈ ਸਟੂਡੈਂਟਸ ਤੇ ਬਹੁਤ ਮਿਹਨਤੀ ਨੇ, ਬਹੁਤ ਵਧੀਆ ਵੀ ਕੰਮ ਕਰਦੇ ਨੇ। ਪੀਕੇ ਜੀ ਨੇ ਵੀ ਦੱਸਿਆ ਸਾਡੇ ਆਫਿਸ ਵੀ ਬਹੁਤ ਸਾਰੇ ਬੱਚੇ, ਯੰਗ ਬੱਚੇ ਆਏ ਨੇ ਜਿਹੜੇ ਬੜੇ ਮਿਹਨਤੀ ਨੇ, ਬਟ ਕਈ ਬੱਚੇ ਜਿਹੜੇ ਸਟੂਡੈਂਟਸ ਵੀ ਨੇ ਉਹ ਖੁਦ ਨੂੰ ਇੰਪਰੋਵਾਈਜ਼ ਨਹੀਂ ਕਰਨਾ ਚਾਹੁੰਦੇ। ਮੈਂ ਬਾਰ-ਬਾਰ ਇੱਕ ਗੱਲ ਕਹਿਣਾ ਹੈ, ਮੈਂ ਪੀਕੇ ਜੀ ਨੂੰ ਕਹਾਂ ਜੀ ਪੀਕੇ ਜੀ ਮੈਨੂੰ ਤੁਸੀਂ ਰੀਅਲ ਸਟੇਟ ਸਿਖਾਓ, ਮੈਂ ਕੀ ਸਿੱਖਣਾ ਚਾਹੁੰਦਾ ਹੈ, ਵਟ ਪੀਕੇ ਜੀ ਮੈਨੂੰ ਪੁੱਛਣਗੇ। ਮੈਨੂੰ ਯਾਦ ਰੱਖਣਾ ਚਾਹੀਦਾ ਹੈ ਵੀ ਪੀਕੇ ਜੀ ਮੈਨੂੰ ਪੈਸੇ ਨਾ ਵੀ ਦੇਣ, ਮੈਂ ਰੀਅਲ ਸਟੇਟ ਸ਼ਾਇਦ ਹੀ ਕਦੇ ਜੁਆਇਨ ਕਰਾਂ, ਮੈਂ ਸਿਆਸਤ ਰੀਅਲ ਸਟੇਟ ਮੈਂ ਇਹਦੇ ਤੇ ਫੋਕਸ ਦਾ, ਪਰ ਜਿਸ ਦਿਨ ਮੈਂ ਰੀਅਲ ਸਟੇਟ ਸਿੱਖਣੀ ਹੋਏਗੀ ਮੈਂ ਪੀਕੇ ਜੀ ਨੂੰ ਕਹਾਂਗਾ ਹੱਥ ਜੋੜ ਕੇ, ਪੀਕੇ ਜੀ ਮੈਨੂੰ ਦੱਸੋ ਵੀ ਮੈਂ ਕਿੰਨੇ ਪੈਸੇ ਤੁਹਾਨੂੰ ਦੇਵਾਂ ਕਿ ਤੁਸੀਂ 2 ਸਾਲ ਲਈ ਮੈਨੂੰ ਹਾਇਰ ਕਰੋ। ਪੀਕੇ ਜੀ ਚਾਹੇ ਮੈਨੂੰ ਪੈਸੇ ਦੇਣ ਕਿ ਨਹੀਂ ਯੁੱਧ ਵੀ ਤੇਰਾ ਘਰ ਵੀ ਚੱਲਣਾ ਹੈ, ਤੈਨੂੰ ਪੈਸੇ ਦੇਵਾਂਗਾ। ਮੈਂ ਕਹਿੰਦਾ ਨਹੀਂ ਸਰ ਨਹੀਂ। ਜਿਸ ਦਿਨ ਮੇਰੇ ਅੰਦਰ ਇਹ ਐਟੀਟਿਊਡ ਹੈ ਕਿ ਪੀਕੇ ਜੀ ਮੈਂ ਦੱਸੋ ਤੁਹਾਨੂੰ ਕਿੰਨੇ ਪੈਸੇ ਦੇਵਾਂ, ਪੰਕਜ ਜੀ ਮੈਂ ਤੁਹਾਡੇ ਕੋਲ ਜੇ ਫਾਈਨੈਂਸ਼ੀਅਲ ਪਲੈਨਿੰਗ ਸਿੱਖਣੀ ਹੈ ਮੈਂ ਦੱਸੋ ਕਿੰਨੇ ਪੈਸੇ ਦੇਵਾਂ, ਤੁਹਾਨੂੰ ਗੁਰੂ ਧਾਰ ਲਿਆ, ਮੈਂ ਤੁਹਾਡੇ ਕੋਲੋਂ 2 ਸਾਲ ਸਿੱਖਾਂਗਾ, ਮੈਂ ਪਹਿਲਾਂ ਸਿੱਖਾਂਗਾ ਔਰ ਮੈਨੂੰ ਦੱਸੋ ਮੈਂ ਪੈਸੇ ਕਿੰਨੇ ਦੇਵਾਂ। ਮੈਂ ਕਾਲਜ ਪੜ੍ਹਨ ਜਾਵਾਂਗਾ, MBA ਕਰਨ ਜਾਵਾਂ, ਮੈਂ ਇੰਜੀਨੀਅਰਿੰਗ ਕਰ ਲਈ ਹੈ, ਮੈਂ MBA ਕਰਨ ਜਾਵਾਂ, ਮੈਂ ਪੈਸੇ ਦੇ ਕੇ ਸਿੱਖਾਂਗਾ ਨਾ, ਟਾਈਮ ਵੀ ਲਵਾਂਗਾ, ਪੈਸੇ ਵੀ ਸਿੱਖਾਂਗਾ, ਠੀਕ ਹੈ। ਔਰ ਉਸ ਤੋਂ ਬਾਅਦ ਪਤਾ ਨਹੀਂ MBA ਤੋਂ ਬਾਅਦ ਮੈਨੂੰ ਜੌਬ ਮਿਲਣੀ ਹੈ ਨਹੀਂ ਮਿਲਣੀ। ਮੇਰਾ ਐਟੀਟਿਊਡ ਜਿਸ ਦਿਨ ਇਹ ਆ ਗਿਆ ਕਿ ਪੀਕੇ ਜੀ ਗੁਰੂ ਤੁਹਾਨੂੰ ਬਣਾਇਆ, ਪੰਕਜ ਜੀ ਬਣਾਇਆ, ਦੱਸੋ ਮੈਂ ਸਿੱਖਾਂਗੀ। ਜੇ ਤੇ ਉਹ ਬੰਦੇ ਅੰਦਰ ਉਹ ਚੀਜ਼ ਹੈ ਔਰ ਸਿੱਖ ਕੇ ਸਰ ਮੈਂ ਤੁਹਾਨੂੰ ਸਾਬਿਤ ਕਰਾਂਗਾ ਪੀਕੇ ਜੀ ਕਿ ਮੇਰੇ ਤੋਂ ਵਧੀਆ ਕੋਈ ਰੀਅਲ ਸਟੇਟ ਏਜੰਟ ਨਹੀਂ ਹੈ ਔਰ 2 ਸਾਲ ਮੈਂ ਤੁਹਾਡੇ ਕੋਲ ਟ੍ਰੇਨਿੰਗ ਲਵਾਂਗਾ। ਦਿਨ ਰਾਤ, ਤੁਸੀਂ ਦਿਨ ਕਹੋਗੇ ਦਿਨ, ਤੁਸੀਂ ਰਾਤ ਕਹੋਗੇ ਰਾਤ। ਮੈਂ 9 to 5 ਵਾਲਾ ਬੰਦਾ ਨਹੀਂ ਹੈ ਪੀਕੇ ਜੀ। ਤੁਸੀਂ ਮੈਨੂੰ 11 ਵਜੇ ਰਾਤ ਨੂੰ ਫੋਨ ਕਰੋਗੇ ਕਿ ਯੁੱਧਵੀਰ
ਉਹ ਜਾ ਕੇ ਰਾਤ ਨੂੰ ਉੱਥੋਂ ਚੈੱਕ ਚਾ ਕੇ ਲਿਆ ਡਾਊਨਟਾਊਨ ਤੇ ਉੱਥੇ ਜਾ ਕੇ ਸਵੇਰੇ 8 ਵਜੇ ਬੈਂਕ ਜਮ੍ਹਾਂ ਹੋਣਾ ਚਾਹੀਦਾ। ਤੇ ਸਰ ਰਾਤ 11 ਵਜੇ ਮੈਂ ਚੈੱਕ ਵੀ ਚੱਕਾਂਗਾ ਤੇ ਸਵੇਰੇ 8 ਵਜੇ ਬੈਂਕ 'ਚ ਜਮ੍ਹਾਂ ਹੋਏਗਾ। ਜਿੱਦਣ ਮੇਰੇ ਅੰਦਰ ਐਟੀਟਿਊਡ ਹੈ, ਜਿੱਦਣ ਇਹ ਐਟੀਟਿਊਡ ਆ ਗਿਆ, 2 ਸਾਲ ਬਾਅਦ 3 ਸਾਲ ਬਾਅਦ ਦੁਨੀਆ ਦੇ ਵਿੱਚ ਕੋਈ ਰੀਅਲ ਸਟੇਟ ਏਜੰਟ ਪੈਦਾ ਨਹੀਂ ਹੋਇਆ ਜਿਹੜਾ ਮੈਨੂੰ ਪਿੱਛੇ ਛੱਡ ਦੇ। ਜੇ ਮੈਂ ਇਸ ਐਟੀਟਿਊਡ ਨਾਲ ਜਾਵਾਂਗਾ ਪੀਕੇ, ਜੇ ਮੈਂ ਇਹ ਜਗ੍ਹਾ ਸਰ ਮੈਂ ਤੇ 9 to 5 ਆ ਗਿਆ, ਹੁਣ ਪੈਸੇ ਦੱਸੋ ਕਿੰਨੇ ਆ? ਫੋਕਸ ਪੈਸੇ ਤੇ ਆ, ਘਰ ਧਿਆਨ 9 to 5 ਤੇ ਆ। ਫਿਰ ਕਹੋ ਜੀ ਮੈਂ ਵੈਲਿਊ ਲੈ ਕੇ ਆ ਰਿਹਾ, ਮੈਨੂੰ ਨੌਕਰੀ ਨਹੀਂ ਮਿਲ ਰਹੀ ਜੀ, ਮੈਨੂੰ ਕੰਮ ਨਹੀਂ ਮਿਲ ਰਿਹਾ, ਫਿਰ ਬੈਠੇ ਰਹੋ ਵਿਹਲੇ। ਪੀਕੇ ਜੀ ਸਰ ਠੀਕ ਹੈ ਜੀ ਤੁਸੀਂ ਮੈਨੂੰ ਬੈਠੇ ਬੈਠੇ ਗੱਲ ਯਾਦ ਆਈ ਕਿਉਂਕਿ ਮੈਂ ਵੀ ਰਿਵਿਊ में देखा ਸੀ सर पिछले साल ਦੀ ਹਿਸਟਰੀ ਦੇਖਾਂ ਤਾਂ ਹਰ ਮਹੀਨੇ ਜੌਬ ਚੇਂਜ ਹੈ, ਹਰ ਮਹੀਨੇ। ਸੋ ਮੈਂ ਉਹਨੂੰ ਕਿਵੇਂ ਹਾਇਰ ਕਰ ਸਕਦਾ? ਮੈਂ ਉਹਨੂੰ ਸਿਖਾਉਣ 'ਚ ਮੈਨੂੰ ਪਤਾ ਹੈ ਮੇਰੇ ਬਿਜ਼ਨਸ ਨੂੰ ਸਿੱਖਣ 'ਚ ਉਹਨੂੰ 6 ਮਹੀਨੇ ਲੱਗਣਗੇ, ਕਿਉਂਕਿ ਇਹ ਜਿਹੀ ਚੀਜ਼ ਹੈ ਕਿ ਕਿਸ ਨਾਲ 36 ਤਰ੍ਹਾਂ ਦੀਆਂ ਤਾਂ ਕੰਪਨੀਆਂ ਨੇ, 36 ਤਰ੍ਹਾਂ ਦੇ ਉਹਨਾਂ ਦੇ ਪ੍ਰੋਡਕਟ ਨੇ, ਉਹਨਾਂ ਦਾ ਪੇਪਰ ਵਰਕ ਸਮਝਣ 'ਚ ਮੈਨੂੰ ਸਮਝਾਉਣ 'ਚ 6 ਮਹੀਨੇ ਲੱਗ ਜਾਣਗੇ। ਉਹ ਬੰਦਾ ਮਹੀਨੇ ਬਾਅਦ ਹੀ ਨੌਕਰੀ ਛੱਡ ਕੇ ਚਲਾ ਜਾਏਗਾ ਅਗਰ, ਤਾਂ ਮੈਂ ਉਹਨੂੰ ਰੱਖ ਕੇ ਕਰਾਂ ਵੀ ਕੀ? तो सिचुएशन है जी बहुत सारियां ने जो सूटेबल वाली गल है, सूटेबल चाहिए। सर एक छोटी जी गल मैंने छोटी जी याद आ गई, एक बंदा रिटायर होया अपनी जॉब तो 50 साल या 40 साल 30 साल की जॉब के बाद ਤੇ ਉਹਨੂੰ ਫੇਅਰਵੈਲ ਦਿੰਦੇ ਹੋਏ ਉਹਨੂੰ ਇੱਕ ਸਾਈਕਲ ਦਿੱਤੀ ਗਈ। ਮੰਨ ਲਓ ਐਟਲਸ ਕੰਪਨੀ ਸੀ, ਉਹਨਾਂ ਨੇ ਸਾਈਕਲ ਗਿਫਟ ਦਿੱਤੀ। ਉਹ ਸਾਈਕਲ ਉਹਨੇ ਦੇਖੀ ਤੇ ਸਾਈਕਲ ਦੇ ਉੱਤੇ ਘਰ ਜਾ ਕੇ ਸਾਈਕਲ ਖੜੀ ਕਰਨ ਲੱਗੇ ਤਾਂ ਸਟੈਂਡ ਹੀ ਨਹੀਂ ਸੀਗਾ। ਉਹ ਮਾਲਕਾਂ ਕੋਲ ਗਿਆ, ਅਗਲੇ ਦਿਨ ਮਾਲਕਾਂ ਨੂੰ ਕਹਿੰਦਾ ਜੀ ਸਟੈਂਡ ਨਹੀਂ ਹੈਗਾ ਜੀ ਸਾਈਕਲ ਦੇ ਅੰਦਰ। ਉਹਨੇ ਕਿਹਾ ਸਾਈਕਲ ਲਿਆ, ਵਾਪਿਸ ਸਾਈਕਲ ਲੈ ਗਿਆ, ਉਹਨਾਂ ਨੇ ਸਟੈਂਡ ਲਗਾ ਕੇ ਦੇ ਦਿੱਤਾ। ਜਦ ਘਰ ਜਾ ਕੇ ਦੇਖਿਆ ਤਾਂ ਉਹ ਕੈਰੀਅਰ ਨਹੀਂ ਹੈਗਾ। ਕਹਿੰਦਾ कैरियर उतार के स्टैंड लगाता, उन्होंने गल की फिर वापिस गया। कहता तुम स्टैंड से लगाता पर कैरियर नहीं लगाया। कहना देखो जी अगर तुम अपना कैरियर बनाना है तो स्टैंड हटाना पड़ेगा, और अगर तू स्टैंड से अधिक रहेगा तो तेरा तक कैरियर खत्म है। दोनों से एक चीज मंकी चाहिए दोनों हेलो जी, दिस इज हाउ इट वर्क्स। वी हैव टू लुक फॉर बोथ ऑफ दीज थिंग्स ना सर जी, दैट्स द प्रॉब्लम विद अस। जी सुखविंदर जी, हाँ जी सॉरी मैं कहना चाहता सी ਮੋਂਗਾ ਸਾਹਿਬ ਤੁਹਾਡੀ ਗੱਲ ਨਾਲ ਮੈਂ ਸੈਟੀਸਫਾਈ ਨਹੀਂ ਹੈਗਾ। ਤੁਹਾਨੂੰ ਬੰਦੇ ਨਹੀਂ ਮਿਲਦੇ ਕੋਆਪਰੇਟ ਸੈਕਟਰ ਵਿੱਚ, ਪਰ ਇਹ ਬੜਾ ਛੋਟਾ ਸੈਕਟਰ ਆ। ਅਜੇ ਤੁਸੀਂ ਟਰੱਕਿੰਗ ਨੂੰ ਤੁਸੀਂ ਇੱਕ ਸਟੈਂਡ ਲੋਨ ਨਾ ਸਮਝੋ। ਜਿੰਨੀ ਵੀ ਇੰਡਸਟਰੀ ਹੈਗੀ ਆ, ਜੋ ਵੀ ਸਟੱਫ ਵਾਲਮਾਰਟ ਲਾ ਲਓ, ਫੂਡ ਸਟੋਰ ਵਿੱਚ ਲਾ ਲਓ, ਜਿੱਥੇ ਵੀ ਹਰ ਚੀਜ਼ ਜਿਹੜੀ ਵੱਡੀ ਛੋਟੀ, ਈਵਨ ਆਨਲਾਈਨ ਵੀ ਜਿਹੜੇ ਜਿੰਨੀ ਅੱਜ ਕੱਲ੍ਹ ਆਨਲਾਈਨ ਸਭ ਤੋਂ ਜ਼ਿਆਦਾ ਚੱਲ ਰਿਹਾ, ਜੋ ਕੁਛ ਵੀ ਹੋ ਰਿਹਾ ਸ਼ਿਪਿੰਗ ਰਿਸੀਵਿੰਗ, ਇਹ ਸਾਰੀ ਟਰੱਕਿੰਗ ਦੇ ਥਰੂ ਹੋ ਰਹੀ ਹੈ। ਉਹ ਸਲੋ ਹੈ ਤਾਂ ਮਤਲਬ ਵੇਅਰ ਹਾਊਸਿੰਗ ਵਿੱਚ ਡਿਮਾਂਡ ਹੈ ਨਹੀਂ। ਵੇਅਰ ਹਾਊਸ ਦੇ ਵਿੱਚ ਭਾਵੇਂ ਸਟੂਡੈਂਟ ਵੜ ਲਓ, ਭਾਵੇਂ ਕਿਸੇ ਨੂੰ ਵੀ ਲਾ ਲਓ, ਐਵਰੀਬੋਡੀ ਇਟਸ ਸਲੋ ਫॉर ਐਵਰੀਬੋਡੀ। ਸੋ ਇਹ ਬਹੁਤ ਮੈਨੂੰ ਲੱਗਦਾ ਇਹ ਜਿਹੜੀਆਂ ਜੌਬਸ ਕੈਨੇਡਾ ਲਿਆਉਂਦਾ, ਉਹ ਵੀ ਪਾਰਟ ਟਾਈਮ ਜੌਬਸ ਕ੍ਰੀਏਟ ਕਰਕੇ ਉਹ ਕੱਲ੍ਹ ਚੱਲ ਜਾਂਦੀਆਂ ਪਹਿਲਾਂ ਇਹ ਵੀ ਬੜੀ ਇੱਕ ਦੇਖਣ ਵਾਲੀ ਗੱਲ ਆ। ਔਰ ਮੈਨੂੰ ਲੱਗਦਾ ਇਹ ਜਿਹੜੀ ਹੁਣ ਤੁਸੀਂ ਇਮੀਗ੍ਰੇਸ਼ਨ ਦੀ ਵੀ ਗੱਲ ਕਰਦੇ ਆ, ਤੇ ਫਿਰ ਗੌਰਮੈਂਟ ਆਪ ਇਹਦਾ ਮਤਲਬ ਪ੍ਰੋਬਲਮ ਕ੍ਰੀਏਟ ਕਰ ਰਹੀ ਹੈ। ਤੁਹਾਨੂੰ ਜਿਸ ਤਰ੍ਹਾਂ ਦੇ ਬੰਦੇ ਚਾਹੀਦੇ ਉਹ ਵੀ ਤੁਸੀਂ ਲਿਆ ਨਹੀਂ ਰਹੇ, ਜਿੱਦਾਂ ਦੇ ਜਿਹੜੇ ਅਨਫਿਟ ਹੈਗੇ ਉਹ ਲਿਆ ਭਰੀ ਜਾਂਦੇ ਆ। ਫਿਰ ਇਹ ਉਹ ਸਾਰੇ ਅਨਐਮਪਲੋਇਮੈਂਟ 'ਚ ਆ ਜਾਂਦੇ। ਫਿਰ ਤੁਸੀਂ ਪ੍ਰੋਬਲਮ ਤਾਂ ਖੁਦ ਕ੍ਰੀਏਟ ਕਰ ਰਹੇ ਹੋ। ਜੇ ਬੰਦੇ ਜਿਹੜੇ ਤੁਹਾਨੂੰ ਚਾਹੀਦੇ ਉਹ ਮਿਲ ਨਹੀਂ ਰਹੇ, ਫਿਰ ਇਮੀਗ੍ਰੇਸ਼ਨ ਦਾ ਫਾਇਦਾ ਕੀ ਹੈ? ਤੁਸੀਂ ਬੰਦੇ ਹੀ ਦੂਜੇ ਲਈ ਆਉਣੇ। ਸੁਖਵਿੰਦਰ ਜੀ ਇੱਕ ਚੀਜ਼ ਇੱਥੇ ਮੈਂ ਤੁਹਾਨੂੰ ਕਹਿਣਾ ਚਾਹਾਂਗਾ, ਛੋਟੀ ਜਿਹੀ ਸੌਰੀ, ਮੈਂ ਤੁਹਾਡੇ ਨਾਲ 100% ਐਗਰੀ ਕਰਦਾ। ਟਰਾਂਸਪੋਰਟ ਤੇ ਬਹੁਤ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਨੇ, ਬਟ ਇਸ ਵੇਲੇ ਟਰਾਂਸਪੋਰਟੇਸ਼ਨ ਸਲੋ ਹੈ। ਸੋ ਟਰਾਂਸਪੋਰਟੇਸ਼ਨ ਇੰਡਸਟਰੀਜ਼ ਜੋ ਵੀ ਬੰਦਾ ਹੈ ਉਹਨੂੰ ਲੱਗਦਾ ਜੌਬ ਬਹੁਤ ਹੈਗੀਆਂ ਨੇ। ਦੂਜੇ ਪਾਸੇ ਅਸੀਂ ਬੰਦੇ ਲੈ ਕੇ ਆ ਰਹੇ ਹਾਂ ਬਾਹਰੋਂ, ਅਸੀਂ ਸਟੂਡੈਂਟ ਲੈ ਕੇ ਆ ਰਹੇ ਹਾਂ। ਅਸੀਂ ਇਹ ਐਕਸਪੈਕਟ ਕਰ ਰਹੇ ਹਾਂ ਕਿ ਉਹਨਾਂ ਨੇ ਉੱਥੇ IELTS ਕਲੀਅਰ ਕੀਤਾ ਹੈ, ਉਹਨਾਂ ਨੂੰ ਬੋਲਣੀ ਆਉਂਦੀ ਹੈ ਇੰਗਲਿਸ਼ ਪ੍ਰੋਪਰਲੀ, ਉਹਨਾਂ ਨੂੰ ਇੱਥੇ ਆ ਕੇ ਉਹ ਗੱਲ ਕਰ ਸਕਣਗੇ ਇੰਗਲਿਸ਼, ਤੇ ਉਸ ਤੋਂ ਬਾਅਦ ਜਿਹੜੇ ਪ੍ਰੋਗਰਾਮ 'ਚ ਉਹਨਾਂ ਨੇ ਐਡਮਿਸ਼ਨ ਲਿੱਤਾ ਹੈ, ਚਾਹੇ ਉਹਨਾਂ ਨੇ ਮੈਨੇਜਮੈਂਟ 'ਚ ਲਿੱਤਾ ਹੈ ਚਾਹੇ ਐਡਮਿਨ 'ਚ ਲਿੱਤਾ ਹੈ, ਉਸ ਪ੍ਰੋਗਰਾਮ ਨੂੰ ਉਹ ਪ੍ਰੋਪਰਲੀ ਪੂਰਾ ਕਰਨ ਤੇ ਜੌਬ ਮਾਰਕੀਟ ਜਾਣ। ਬਿਲਕੁਲ ਮਿਲੇਗੀ ਜੌਬ ਉਹਨਾਂ ਨੂੰ। ਅਗਰ ਉਹ ਉੱਥੇ IELTS ਕਲੀਅਰ ਕਰਕੇ ਆ ਰਹੇ ਨੇ ਜਾਂ TOEFL ਕਲੀਅਰ ਕਰਕੇ ਆ ਰਹੇ ਨੇ, ਇਸਦਾ ਮਤਲਬ ਉਹਨਾਂ ਨੂੰ ਬੋਲਣਾ ਆਉਣਾ ਚਾਹੀਦਾ। ਅਗਰ ਕੋਈ ਬੋਲਣਾ ਮੇਰੇ ਸਾਹਮਣੇ ਬੈਠਾ ਹੋਵੇ, ਉਹਦੀ ਇੰਗਲਿਸ਼ ਠੀਕ ਹੋਵੇ, ਮੈਂ ਹਾਇਰ ਕਰ ਲਾਂਗਾ ਉਹਨੂੰ। ਬਟ ਉਹ IELTS ਕਲੀਅਰ ਕਰਕੇ ਆਇਆ ਲੇਕਿਨ ਮੇਰੇ ਸਾਹਮਣੇ ਆ ਕੇ ਉਹ ਇੰਗਲਿਸ਼ ਨਹੀਂ ਬੋਲ ਸਕਦਾ। ਕਿੰਨੀ ਪ੍ਰੋਬਲਮ ਹੈ? ਮੋਂਗਾ ਸਾਹਿਬ ਤੁਹਾਡੀ ਗੱਲ ਸਹੀ ਆ, ਪਰ ਤੁਹਾਨੂੰ ਜਿਸ ਤਰ੍ਹਾਂ ਦੇ ਬੰਦੇ ਚਾਹੀਦੇ ਆ, ਸਾਰੇ ਸਟੂਡੈਂਟ ਉਦਾਂ ਦੇ ਨਹੀਂ ਹੈਗੇ। ਸਟੂਡੈਂਟਸ ਹਰ ਤਰ੍ਹਾਂ ਦੇ ਕੋਰਸ ਛੋਟੇ ਮੋਟੇ, ਉਹਨਾਂ ਨੂੰ ਤਾਂ ਸਿਰਫ ਇੱਥੇ ਆਉਣ ਦਾ ਮਤਲਬ ਆ, ਉਹਨਾਂ ਨੂੰ ਕੋਈ ਇੱਦਾਂ ਦਾ ਮਤਲਬ ਹੈ ਨਹੀਂਗਾ। ਗੌਰਮੈਂਟ ਇਹ ਲੂਪ ਹੋਲ ਹੈਗਾ। ਜਿਹੜੇ ਜੋਬ ਨਹੀਂ ਮਿਲਦੀ ਪਈ ਉਹਨਾਂ ਨੂੰ ਸਰ, ਫਿਰ ਉਹੀ ਲੋਕ ਤੁਸੀਂ ਉਹਨਾਂ ਨੂੰ ਦੇਖ ਕੇ ਕਹਿ ਰਹੇ ਹੋ ਕਿ ਬਾਕੀਆਂ ਨੂੰ ਜੋਬ ਨਹੀਂ ਮਿਲਦੀ। ਤੁਸੀਂ ਉਹਨਾਂ ਨੂੰ ਦੇਖ ਰਹੇ ਹੋ। ਮੈਂ ਉਹੀ ਕਹਿ ਰਿਹਾ, ਗੌਰਮੈਂਟ ਬੰਦੇ ਹੀ ਏਦਾਂ ਦੇ ਲੈ ਰਹੀ ਆ। ਉਹਨਾਂ ਨੂੰ ਯਾਰ ਕੇਟਰਿੰਗ ਦਾ ਡਿਮਾਂਡ ਆਫ ਦਾ ਸਕੂਲਸ ਐਂਡ ਕਾਲਜਸ, ਉਹਨਾਂ ਦੀ ਜੇਬਾਂ ਭਰੀਆਂ ਜਾ ਰਹੀਆਂ। ਬਾਕੀ they don't care about ਕਿ ਉਹ ਬੰਦੇ ਕੰਮ ਦੇ ਹੈਗੇ ਨਹੀਂ ਹੈਗੇ। ਦੇਖੋ ਹੁਣ ਉਹੀ ਚੀਜ਼ ਹੋ ਗਈ ਸਰ ਕਿ ਮੋਰਗੇਜ ਵਾਲੇ ਪਤਾ ਨਹੀਂ ਕਿਵੇਂ ਮੋਰਗੇਜ ਦਵਾ ਦਿੰਦੇ ਨੇ। ਸੋ ਗਵਰਨਮੈਂਟ ਨੇ ਤਾਂ ਰੂਲ ਬਣਾਇਆ ਕਿ IELTS ਕਲੀਅਰ ਹੋਣਾ ਚਾਹੀਦਾ। ਉਹਨਾਂ ਨੇ ਹੁਣ ਹਰ ਕੋਈ ਬੰਦਾ ਖੜਾ ਹੋ ਕੇ ਇਹ ਥੋੜੀ ਵੇਖੇਗਾ ਜਦੋਂ ਲੈਂਡ ਕਰਦਾ ਬਾਈ ਇੰਗਲਿਸ਼ ਬੋਲ ਕੇ ਦਿਖਾ, ਤੂੰ IELTS ਕਲੀਅਰ ਕਰਕੇ ਫਿਰ ਹੀ ਐਂਟਰ ਕਰੇਗਾ।
ਐਵੇਂ ਤਾਂ ਨਹੀਂ ਕਰ ਸਕਦੇ ਅਸੀਂ ਤਾਂ ਅੱਜ ਤੁਸੀਂ ਇਸ ਕੰਟਰੀ 'ਚ ਬੈਠੇ ਹੋ ਇਸ ਕੰਟਰੀ ਦੀ ਖਾਸੀਅਤ ਕੀ ਹੈ ਸਰ ਤੁਸੀਂ ਸਾਈਨ ਕਰਤਾ ਲਿਖ ਕੇ ਕਿ ਮੈਂ ਜਾਣਨਾ ਅਸੀਂ ਮੰਨ ਲੈਂਦੇ ਹਾਂ ਤੁਹਾਨੂੰ ਆਹੀ ਤਾਂ ਸਾਡੀ ਬਿਊਟੀ ਹੈ ਕਿ ਅਸੀਂ ਹਰੇਕ ਨੂੰ ਇਹ ਸੋਚਦੇ ਹਾਂ ਕਿ ਇਹ ਸੱਚਾ ਆਦਮੀ ਹੈ ਇਹ ਐਸੇ ਵਜ੍ਹਾ ਨਾਲ ਇਹ ਕੰਟਰੀ ਹੈ ਨਾ ਅਸੀਂ ਇਹਨੂੰ ਇਹ ਕੰਟਰੀ ਨੂੰ ਅੱਛਾ ਕਹਿੰਦੇ ਜਦੋਂ ਅਸੀਂ ਉਸ ਬੰਦੇ ਨੂੰ ਇਹ ਕਹਿ ਰਹੇ ਹਾਂ ਕਿ ਤੂੰ IELTS ਕਲੀਅਰ ਕਰਕੇ ਆ ਉਹ ਪੂਰਾ ਸਰਟੀਫਿਕੇਟ ਲੈ ਕੇ ਆ ਰਿਹਾ IELTS ਦਾ ਬੋਲਣਾ ਆਉਂਦਾ ਹੈ ਜੀ ਮੈਨੂੰ ਲਿਖਣਾ ਆਉਂਦਾ ਹੈ ਜੀ ਮੈਨੂੰ ਹਰ ਚੀਜ਼ ਠੀਕ ਹੈ ਮੇਰੇ ਬੈਂਡ ਐਨੇ ਨੇ ਜੀ ਉਸ ਤੋਂ ਬਾਅਦ ਆ ਕੇ ਹੁਣ ਉਹਦਾ ਅਸੀਂ ਕੀ ਕਰੀਏ ਦੱਸੋ ਗਵਰਨਮੈਂਟ ਦੀ ਕੀ ਗਲਤੀ ਹੈ ਇਹਦੇ 'ਚ ਕਿੰਨੇ ਗਲਤ ਕੀਤਾ ਆਪਣਾ ਯੁਧਵੀਰ ਜੀ ਟਾਈਮ ਹੋ ਰਿਹਾ ਮੇਰੇ ਖਿਆਲ ਅਲਵਿਦਾ ਲੈਣ ਦਾ बिल्कुल जी टाइम भी हो रहा है लास्ट कॉल जी करमवीर शेरगिल जी लास्ट कॉल और फिर बाकी कॉलर्स तो माफी नेक्स्ट वीक जी कल बेंच से जारी रहे लास्ट कॉल करमवीर शेरगिल जी हेलो हाँ जी करमवीर शेरगिल जी हाँ जी सत श्री अकाल जी जोधवी जी सत श्री अकाल साहब मंगा साहब हाँ जी हाँ जी मेरा PK साहब तो सीगा क्वेश्चन भी जेड़ा आपां 60 डे ਦਾ ਨੋਟਿਸ ਦਿੰਨੇ ਆ ਰਾਈਟ ਟੈਨੈਂਟ ਨੂੰ ਉਹ ਕਿਹੜਾ ਫਾਰਮ ਲੱਗਦਾ ਜੀ ਉਹ ਪਹਿਲੇ ਤਾਂ ਮੈਂ ਇਹ ਪੁੱਛਣਾ ਚਾਹਨਾ ਤੁਸੀਂ ਕਿਹੜੇ ਨੋਟਿਸ ਦੀ ਗੱਲ ਕਰ ਰਹੇ ਹੋ ਕਿਸ ਗੱਲ ਦੇ ਨੋਟਿਸ ਦੀ ਗੱਲ ਕਰ ਰਹੇ ਹੋ ਟੈਨੈਂਟ ਨਾਲ ਆਪਾਂ ਉਹਨਾਂ ਨੂੰ ਖਤਮ ਕਰਨ ਨੂੰ ਜਿਹੜੀ ਆ ਨਾ ਉਹਨਾਂ ਨਾਲ ਜਿਹੜਾ ਪੂਰੀ ਹੋ ਗਈ ਆ ਆਪਣੀ ਲੀਜ਼ 1 ਈਅਰ ਦੀ ਤੇ ਨੋ ਉਹਦੇ ਵਾਸਤੇ ਨਹੀਂ N4 ਕਹਿੰਦੇ ਨੇ ਸਰ ਨਹੀਂ ਪਹਿਲੇ ਤੁਹਾਡੀ ਮੈਂ ਗੱਲ ਵੀ ਕਲੀਅਰ ਕਰ ਦੇਣਾ ਨੋਟਿਸ ਦੇ ਨਾਲ N4 ਨੋਟਿਸ ਜਿਹੜਾ ਦਿੱਤਾ ਜਾਂਦਾ ਹੈ ਖਾਲੀ ਕਰਨ ਵਾਸਤੇ ਫॉर ਨਾਨ ਪੇਮੈਂਟ ਆਫ ਰੈਂਟ ਹੁੰਦਾ ਹੈ ਲੀਜ਼ ਉਹਦੀ ਪੂਰੀ 1 ਸਾਲ ਦੀ ਹੋ ਗਈ ਹੈ ਨੋਟਿਸ ਨਹੀਂ ਹੈਗਾ ਕਿਉਂਕਿ ਤੁਸੀਂ ਉਹਨੂੰ ਕੱਢ ਹੀ ਨਹੀਂ ਸਕਦੇ ਤੁਸੀਂ ਉਹ N12 ਹੁੰਦਾ ਹੈ ਜਿਹਦੇ ਅੰਦਰ ਤੁਸੀਂ ਜਾਂ ਤੇ ਖੁਦ ਉਸ ਘਰ ਦੇ ਅੰਦਰ ਮੂਵ ਕਰ ਜਾਓ ਜਾਂ ਤੁਸੀਂ ਉਸ ਘਰ ਨੂੰ ਵੇਚ ਦਿਓ ਟੂ ਦਾ ਐਂਡ ਯੂਜ਼ਰ ਤਾਂ ਉਹਨੂੰ ਕਹਿੰਦੇ ਨੇ N12 ਉਹੀ ਕਰਨਾ ਜੀ ਅਸੀਂ ਆਪ ਜਾਣ ਦੀ ਕਰ ਰਹੇ ਹਾਂ ਉੱਥੇ ਹੈ ਨਾ ਹਾਂ ਫਿਰ N12 ਹੈਗਾ N12 ਹੈਗਾ ਸਰ ਤੇ N12 ਦੇ ਅੰਦਰ ਤੁਸੀਂ ਉਹਨੂੰ ਲਿਖ ਕੇ ਦਿਓਗੇ ਕਿ ਵੀ ਅਸੀਂ ਖੁਦ ਮੂਵ ਕਰ ਰਹੇ ਹਾਂ ਪਰ ਕਰਮਵੀਰ ਜੀ ਮੈਂ ਗੱਲ ਤੁਹਾਨੂੰ ਦੱਸ ਦਿਆਂ ਬੜੇ ਵੱਡੇ ਕੇਸ ਇਹੋ ਜਿਹੇ ਹੋਏ ਨੇ ਜਿਸ ਵਕਤ ਇਹਨਾਂ ਨੇ ਵਾਪਿਸ ਲੈਣਾ ਪੈ ਗਿਆ ਟੈਨੈਂਟ ਨੂੰ ਔਰ ਉਹਨਾਂ ਨੇ ਤੇ ਸਟੇ ਲੈ ਲਿਆ ਔਰ ਕੋਰਟ ਦੇ ਅੰਦਰ ਪ੍ਰੂਵ ਕਰਤਾ ਕਿ ਇਹਨਾਂ ਮੈਨੂੰ ਕੱਢਣ ਵਾਸਤੇ ਕੀਤਾ ਸੀਗਾ ਤੁਹਾਨੂੰ ਮੈਂ ਛੋਟਾ ਜਿਹਾ ਐਗਜ਼ਾਮਪਲ ਦੇ ਦੇਣਾ ਉਹਦਾ ਗੱਲ ਖਤਮ ਕਰ ਦੇਂਗੇ ਇਹ ਵਾਲੀ ਇੱਕ ਕੇਸ ਇਹੋ ਜਿਹਾ ਸੀਗਾ ਜਿਨ੍ਹਾਂ ਨੇ ਕਿਹਾ ਜੀ ਅਸੀਂ ਤੁਸੀਂ ਬਾਹਰ ਨਿਕਲ ਜਾਓ ਅਸੀਂ ਆਪਣੇ ਬੇਟੇ ਨੂੰ ਉੱਥੇ ਮੂਵ ਕਰ ਰਹੇ ਹਾਂ ਬੇਸਮੈਂਟ ਦੇ ਅੰਦਰ ਤੇ ਉਹਨੇ ਕੋਰਟ ਜਾ ਕੇ ਕਰਤੇ ਹੁਣ ਤੇ ਕੋਰਟ ਦੇ ਅੰਦਰ ਡੇਟਾ ਹੀ 8-8 ਮਹੀਨੇ ਦੀ ਹੋ ਗਈਆਂ ਨੇ ਪਹਿਲੀ ਗੱਲ ਉਹਨੇ ਆ ਕੇ ਕੋਰਟ ਉਹਦੇ ਅੱਗੇ ਚੱਲਿਆ LTB ਦੇ ਅੰਦਰ ਤੇ ਜੱਜ ਨੂੰ ਉਹ ਲੈਂਡਲਾਰਡ ਪ੍ਰੂਵ ਨਹੀਂ ਕਰ ਸਕਿਆ ਜੱਜ ਨੇ ਕਿਹਾ ਤੁਹਾਡੀ ਇਨਕਮ ਕਿੰਨੀ ਹੈ ਉਹਨੇ ਕਿਹਾ ਜੀ ਸਾਡੀ ਇਨਕਮ 85,000 ਹੈ ਤੁਹਾਡਾ ਬੱਚੇ ਦੀ ਉਮਰ ਕੀ ਨਹੀਂ ਹੈ ਜਿਹਨੇ ਮੂਵ ਕਰਨਾ ਹੈਗਾ ਉਹ ਕਹਿੰਦੇ 19 ਸਾਲ ਬੱਚਾ ਕੁਝ ਕਮਾਉਂਦਾ ਕਹਿੰਦਾ ਨਹੀਂ ਜੱਜ ਨੇ ਰਿਜੈਕਟ ਕਰਤਾ ਕਹਿੰਦਾ ਤੁਸੀਂ ਝੂਠ ਬੋਲ ਰਹੇ ਤੁਸੀਂ ਬੱਚੇ ਨੂੰ ਅਫੋਰਡ ਹੀ ਨਹੀਂ ਕਰ ਸਕਦੇ ਇੱਕ 19 ਸਾਲ ਦਾ ਬੱਚਾ ਤੁਸੀਂ ਬੇਸਮੈਂਟ ਵਿੱਚ ਰੱਖ ਦਿਓਗੇ ਜਿਹਦੇ ਨਾਲ ਤੁਹਾਨੂੰ ਕਿਰਾਇਆ 1600 ਆ ਰਿਹਾ ਹੈ ਔਰ ਤੁਹਾਡੀ ਖੁਦ ਦੀ ਇਨਕਮ 85,000 ਹੈ ਆਈ ਡੋਂਟ ਬਿਲੀਵ ਇਟ ਉਹਨੇ ਰਿਜੈਕਟ ਕਰਤਾ ਤੇ ਇਸ ਕਰਕੇ ਤੁਹਾਡਾ N12 ਵੀ ਇੱਕ ਜਿਹੜਾ ਹੈਗਾ ਉਹ ਬੜਾ ਰੀਜ਼ਨੇਬਲ ਸੋਲਿਡ ਹੋਣਾ ਚਾਹੀਦਾ ਅਦਰਵਾਈਜ਼ ਇਹ ਗੱਲ ਅੱਗੇ ਚਲੀ ਜਾਏਗੀ ਤੁਹਾਡਾ ਮਤਲਬ ਨਾਟ ਯੂ ਓਨਲੀ ਮਤਲਬ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਸਰ ਤੁਹਾਨੂੰ ਠੀਕ ਹੈ ਜੀ ਔਰ ਅਗਰ ਇਹਦੀ ਕਈ ਕੇਸਿਸ ਦੇਖੇ ਨੇ ਕਿ ਮੂਵ ਕਰਨ ਵਾਸਤੇ ਕਹਿਤਾ ਔਰ 8 ਮਹੀਨੇ ਬਾਅਦ 6 ਮਹੀਨੇ ਬਾਅਦ ਉਹਨੂੰ ਰੈਂਟ ਤੇ ਚੜਾਤਾ ਉਹ ਵੀ ਫਸ ਗਏ ਨੇ ਲੋਕ ਹੁਣ ਤਾਂ ਸਰ ਰੈਂਟ ਵੀ ਬੜਾ ਜ਼ਬਰਦਸਤ ਉਹਨਾਂ ਨੇ ਤੁਹਾਨੂੰ ਪਤਾ ਨਾ ਇਹਨਾਂ ਨੇ ਐਵਿਕਸ਼ਨ ਦੇ ਉੱਤੇ ਕਿੰਨਾ ਜ਼ਬਰਦਸਤ ਇੰਡੀਵਿਜੂਅਲ ਦੇ ਉੱਤੇ $1 ਲੱਖ ਦੀ ਪੈਨਲਟੀ ਔਰ ਕਾਰਪੋਰੇਸ਼ਨ ਦੇ ਉੱਤੇ 5 ਲੱਖ ਪੈਨਲਟੀ ਪਾਤੀ ਹੈ LTB ਨੇ ਇਹ ਧਿਆਨ ਰੱਖ ਲੈਣਾ ਸਰ ਜੀ ਠੀਕ ਹੈ ਜੀ ਤੇ ਜਿਹੜਾ ਸੋਲੂਸ਼ਨ ਇਹਦਾ ਫਿਰ ਕੀ ਹੋ ਸਕਦਾ ਥੋੜਾ ਜਿਹਾ ਜਿੱਦਾਂ ਮੈਂ ਆਪ ਮੂਵ ਹੋਣ ਦਾ ਵੈਸੇ ਕਰ ਰਿਹਾ ਸੀਗਾ ਬਸ ਮੂਵ ਹੋ ਰਿਹਾ ਅਗਰ ਤੁਸੀਂ ਜੈਨੂਅਨ ਤੁਹਾਨੂੰ ਡਰਨ ਦੀ ਲੋੜ ਹੀ ਨਹੀਂ ਮੈਂ ਤੇ ਉਹਨਾਂ ਵਾਸਤੇ ਕਹਿ ਰਿਹਾ ਜਿਹੜੇ ਕਿ ਗਲਤ ਤਰੀਕੇ ਨਾਲ ਕਰਨਾ ਚਾਹੁੰਦੇ ਨੇ ਝੂਠ ਬੋਲ ਕੇ ਠੀਕ ਹੈ ਜੀ ਤੇ ਇਹ ਜਿਹੜਾ ਸੱਚੇ ਤਾਂ ਹਮ ਡਰ ਦੀ ਲੋੜ ਹੀ ਨਹੀਂ ਨਾ ਕੀ ਕਰ ਰਹੇ ਜੀ ਹਾਂਜੀ ਠੀਕ ਹੈ ਜੀ ਥੈਂਕ ਯੂ PK ਸਾਹਿਬ ਮੈਂ ਥੈਂਕ ਯੂ ਗੁਰਦੀਪ ਜੀ ਨੇ ਇੱਕ ਸਵਾਲ ਪੁੱਛਣਾ ਹੈ ਲੇਕਿਨ ਗੁਰਦੀਪ ਪੰਕਜ ਜੀ ਤੁਸੀਂ ਹੋਲਡ ਕਰ ਲਓ 1 ਮਿੰਟ ਹਾਂਜੀ ਹੋਲਡ ਕਰ ਜਦੋਂ ਇਜਾਜ਼ਤ ਲੈ ਲੈਂਦੇ ਆ ਇੱਕ ਆਖਰੀ ਸਵਾਲ ਗੁਰਦੀਪ ਜੀ ਨੂੰ ਅਸੀਂ ਕਹਾਂਗੇ ਉਹ ਪੰਕਜ ਜੀ ਨੂੰ ਪੁੱਛਣਾ ਚਾਹ ਰਹੇ ਨੇ ਕੁਝ ਪਰ PK ਜੀ ਇਸ ਤੋਂ ਪਹਿਲਾਂ ਕੋਈ ਪ੍ਰੋਜੈਕਟ ਜਾਂ ਕੁਝ ਅਨਾਉਂਸ ਕਰ ਦਿਓ ਤਾਂ ਜੀ ਪਰ ਇਹ ਬਿੱਲ 97 ਸੀਗਾ ਜਿਹੜੇ ਮੈਂ ਇਹਨਾਂ ਨਾਲ ਗੱਲ ਕਰ ਰਿਹਾ ਸੀਗਾ 1 ਲੱਖ ਦੀ ਪੈਨਲਟੀ ਔਰ 5 ਲੱਖ ਦੀ ਪੈਨਲਟੀ ਬਿੱਲ 97 ਜਿਹੜਾ ਉਹਨੇ ਪਾਸ ਹੋਇਆ ਤੇ ਅੱਛਾ ਪ੍ਰੋਜੈਕਟ ਦੀ ਗੱਲ ਹੈ ਕਿ ਪ੍ਰੋਜੈਕਟ ਬਹੁਤ ਨੇ ਜੀ ਇਸ ਵਕਤ ਬੜੇ ਵੱਡੇ ਇਨਸੈਂਟਿਵਸ ਬਿਲਡਰ ਦੇ ਰਿਹਾ ਹੈਗਾ ਮੈਂ ਫਿਰ ਉਹੀ ਗੱਲ ਕਰਾਂਗਾ ਸ਼ਾਰਟ ਟਰਮ ਇਨਵੈਸਟਮੈਂਟ ਤੇ ਨਾ ਜਾਓ ਲੌਂਗ ਟਰਮ ਤੇ ਜਾਓ ਯੂ ਵਿਲ ਨੈਵਰ ਰਿਗਰੈਟ ਇਟ मैं एको गल कहांगा एनी प्रोजेक्ट यू टॉक टू मी देयर आर मोर देन 500 प्रोजेक्ट्स इसको जीटी और बाहर है ने एक तो एक वधिया प्रोजेक्ट ने एक तो बेकार प्रोजेक्ट ने कई लोग मैंने कहते हैं जी फलाने बिल्डर ने कहता है हो गया फलाने बिल्डर ने लख बताता फलाने बिल्डर ने क्लोजिंग नहीं की जस्ट टॉक टू मी आई कैन गाइड प्रॉपर्ली हैव ए मीटिंग विद मी नो चार्जेस एट ऑल बस मैंने तुम टेक्स्ट कर लो मेरा नंबर दे देना देन वी विल हैव ए मीटिंग एंड आई विल कॉल यू बैक विल डिस्कस एंड वी विल schedule the meeting 647-299-4757 I repeat 647-299-4757 or you can visit teamsabarwal.com. Thank you very much, Yudhvir ji. Thank you, sir. Thank you, all the best.